ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਨੇ ਸ਼ਾਮ ਦੇ ਸਮੇਂ ਆਪਾਂ ਨੂੰ ਹਰ ਰੋਜ਼ ਦੀ ਤਰ੍ਹਾਂ ਸਤਸੰਗ ਘੜੀਆਂ ਬਖਸ਼ੀਆਂ ਹਨ। ਆਪ ਜੀ ਸਰਬੱਤ ਮਾਈ ਭਾਈ ਗੁਰੂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਭਰਦਿਆਂ ਹੋਇਆਂ ਗੁਰੂ ਕਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰਦੇ ਆ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਆਪਾਂ ਸਰਵਣ ਕਰ ਰਹੇ ਹਾਂ। ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰਿਹਣ ਵੰਸ਼, ਜਿਨ੍ਹਾਂ ਨੇ ਗੁਰਮੁਖੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਲਿਖਣਾ ਕੀਤਾ ਹੈ। ਲੜੀ ਤਹਿਤ ਕੱਲ ਆਪਾਂ 40ਵੇਂ ਘਰ ਦਾ ਇਹ ਪ੍ਰਸੰਗ ਕਿ ਮਹਾਰਾਜ ਨੇ ਜੋ ਉਪਦੇਸ਼ ਦਿੱਤਾ ਮੁੰਦਾ ਸੰਤੋਖ ਸਰਮ ਪਤ ਝੋਲੀ, ਇਹ 4 ਪੌੜੀਆਂ ਦੇ ਵਿਚਾਰ ਵੀ ਨਾਲ ਸਰਵਣ ਕੀਤੀ ਹੈ। ਗੁਰੂ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਦਿੰਦਿਆਂ ਉਹਨਾਂ ਨੂੰ ਇਹ ਬਚਨ ਉਚਾਰੇ ਨੇ ਜੋ ਸਮੇਰ ਪਰਬਤ ਪਰ ਸਿੱਧ ਮੰਡਲੀ ਨੂੰ ਸਤਿਗੁਰੂ ਜੀ ਸਿੱਖਿਆ ਦੇ ਰਹੇ ਹੈ। ਆਓ ਕੁਝ ਹੋਰ ਅੱਗੇ ਅਸੀਂ ਵਿਚਾਰਾਂ ਸਿੱਧਾਂ ਨਾਲ ਜੋ ਬਹੁਤ ਸੰਖੇਪ ਸੰਤ ਰੇਣ ਜੀ ਨੇ ਲਿਖੀ ਹੈ, ਕਿਉਂਕਿ ਇਹ ਸੰਖੇਪ ਇਤਿਹਾਸ ਹੈ। ਜੇ ਬਹੁਤਾ ਵਿਸਥਾਰ ਵਿੱਚ ਜਾਂ ਤੇ ਹੁਣ ਸਿੱਧ ਮੰਡਲੀ ਦੀ ਕਥਾ ਜਨਮ ਸਾਖੀ ਵਿੱਚ ਹੈ, ਉਹ ਵੀ ਭਾਈ ਬਾਲਾ ਜੀ ਦੀ ਜਨਮ ਸਾਖੀ ਲਿਖਤ ਜੋ ਹੈ। ਹੁਣ ਜਿਹੜੀਆਂ ਨਵੀਆਂ ਛਪਦੀਆਂ ਉਹਨਾਂ ਵਿੱਚ ਬਹੁਤ ਘਟਾਤੀ, ਉਹ ਸਾਖੀਆਂ ਵਿੱਚੋਂ ਬੜੀਆਂ ਸੰਖੇਪ ਕਰਤੀਆਂ। ਤੇ ਪੁਰਾਤਨ ਇੱਕ ਦਾਸ ਕੋਲੇ ਹੈਗੀ ਹੈ, ਬਹੁਤ ਪੁਰਾਤਨ ਹੈ, ਉਹਦੇ ਵਿੱਚ ਤੇ ਆ ਨਵੀਂ ਵੀ ਹੈ। ਦੋਨੇ ਮੈਂ ਇੱਕ ਦਿਨ ਦੇਖੀਆਂ ਮਿਲਾ ਕੇ, ਬਹੁਤ ਫਰਕ ਪਾਇਆ ਪਿਆ। ਤੋ ਉਹਦੇ ਵਿੱਚ ਜਾਂ ਫਿਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਵਿਸਥਾਰ ਨਾਲ ਜੋ ਇਹ ਇਤਿਹਾਸ ਸਿੱਧ ਮੰਡਲੀ ਚਰਚਾ ਬਿਆਨ ਕੀਤੀ ਹੈ। ਇੱਥੇ ਹੁਣ ਸੰਤ ਰੇਣ ਜੀ ਸੰਖੇਪ ਦੱਸ ਰਹੇ ਨੇ। ਆਓ ਪ੍ਰੇਮ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਗੁਰ ਕੇ ਬਚਨ ਸੁਨੇ ਗੋਰਖ ਜਬ
ਜਦੋਂ ਗੋਰਖਨਾਥ ਨੇ ਸਤਿਗੁਰੂ ਜੀ ਦੇ ਬਚਨ ਸੁਣੇ, ਪੁਨ ਬੂਝਨ ਹਿਤ ਬੋਲਤ ਭਾਤਬ, ਤਾਂ ਫਿਰ ਪੁੱਛਣ ਦੇ ਵਾਸਤੇ ਕਹਿੰਦਾ ਹੈ, ਕਿਉਂ ਕਰ ਤੁਮ ਇਹ ਠਾਂ ਚੱਲ ਆਏ। ਕਿ हे ਨਾਨਕ ਤਪਾ ਜੀ, ਸਤਿਗੁਰੂ ਤੁਸੀਂ ਇੱਥੇ ਕਿਸ ਵਾਸਤੇ ਚੱਲ ਕੇ ਆਏ ਹੋ? ਕੌਣ ਮਨੋਰਥ ਦੇਹੁ ਬਤਾਏ। ਤੁਹਾਡਾ ਮਨੋਰਥ ਕੀ ਹੈ, ਮਕਸਦ ਕੀ ਹੈ ਆਉਣ ਦਾ, ਉਹ ਕਿਰਪਾ ਕਰਕੇ ਦੱਸੋ। ਸੋ ਮੈਂ ਕਰੂੰ ਸੰਪੂਰਨ ਤੁਮਰੂ। ਜਿਹੜਾ ਤੁਹਾਡਾ ਮਨੋਰਥ ਹੈ, ਗੋਰਖਨਾਥ ਕਹਿੰਦਾ ਮੈਂ ਉਹ ਤੋਂ ਸੰਪੂਰਨ ਕਰ ਦਿੰਦਾ ਹਾਂ। ਸਾਚ ਬਚਨ ਇਹੋ ਮਾਨੋ ਹਮਰੂ। ਇਹ ਮੇਰਾ ਬਚਨ ਸੱਚਾ ਮੰਨਣਾ। ਸ੍ਰੀ ਗੁਰ ਕਹੈ ਮਨੋਰਥ ਮੇਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਜੋ ਮੇਰੇ ਮਨੋਰਥ ਹਨ, ਸਤਿਗੁਰ ਪੂਰੇ ਹੈ ਇੱਕ ਬੇਰੇ। ਉਹ ਸਤਿਗੁਰੂ ਅਕਾਲ ਪੁਰਖ ਨੇ ਹੀ, ਸਤ ਸਰੂਪ ਨੇ ਇੱਕੋ ਵੇਰੀ ਪੂਰਨ ਕਰ ਦਿੱਤੇ ਹਨ। ਦੀਖਿਆ ਲੀਜੈ ਜੇ ਤੁਮ ਚਾਹੀ। ਜੇ ਤੁਸੀਂ, ਮਹਾਰਾਜ ਕਹਿੰਦੇ, ਦੀਖਿਆ ਲੈਣਾ ਚਾਹੁੰਦੇ ਹੋ, ਪੂਰਹੁ ਮੈਂ ਚਿਤਵੋ ਮਨ ਮਾਹੀ। ਤੁਸੀਂ ਗੋਰਖਨਾਥ ਮਨ ਵਿੱਚ ਚਿਤਵ ਲੋ, ਉਹ ਅਸੀਂ ਪੂਰਨ ਕਰ ਦਿੰਦੇ ਹਾਂ। ਜੋ ਮੰਗੋ ਹਮ ਢਿਗ ਕਰ ਤਾਰਾ। ਮਹਾਰਾਜ ਕਹਿੰਦੇ ਸਾਨੂੰ ਨਹੀਂ ਕੋਈ ਇੱਛਾ, ਗੋਰਖਨਾਥ ਤੈਨੂੰ ਕੋਈ ਇੱਛਾ ਦੱਸ, ਜੋ ਮੰਗੋਗੇ ਅਸੀਂ ਕਰਤਾਰ ਦੇ ਕੋਲੋਂ। ਹੁਣ ਦੇਖੋ, ਗੋਰਖ ਤਾਂ ਕਹਿੰਦਾ ਮੈਂ ਪੂਰੇ ਕਰ ਦੂੰ ਮਨੋਰਥ, ਮਹਾਰਾਜ ਆਪਾ ਛਪਾਉਂਦੇ ਨੇ, ਕਹਿੰਦੇ ਗੋਰਖਨਾਥ ਉਹ ਤੈਨੂੰ ਭਾਈ ਕਰਤਾਰ ਦੇ ਕੋਲੋਂ। ਤੁਝੈ ਦਿਵਾਵਹਿ ਕਰਹੁ ਉਚਾਰਾ। ਤੂੰ ਭਾਈ ਦੱਸ, ਤੈਨੂੰ ਦਵਾ ਦਿੰਦੇ ਹਾਂ। ਦੋਹਰਾ ਸੁਨ ਤੂਸਨ ਗੋਰਖ ਭਇਓ, ਬੋਲਿਓ ਬਚਨ ਨ ਕੋਏ। ਇਹ ਸੁਣ ਕੇ ਗੋਰਖਨਾਥ ਚੁੱਪ ਕਰ ਗਿਆ, ਕੋਈ ਬਚਨ ਨਹੀਂ ਮੁਖੋਂ ਬੋਲਿਆ ਹੈ। ਹਿਰਦੈ ਮਨੋਰਥ ਮਿਟ ਗਇਓ, ਜਲ ਤਰੰਗ ਜਿਉ ਸੋਏ। ਸਗੋਂ ਗੋਰਖ ਦੇ ਵੀ ਹਿਰਦੇ ਦੇ ਮਨੋਰਥ ਸਾਰੇ ਹੀ ਮਿਟ ਗਏ। ਜਿਵੇਂ ਜਲ ਦੇ ਉੱਤੇ ਤਰੰਗ ਆਉਂਦੀ ਹੈ ਥੋੜਾ ਜਿਹਾ ਸਮਾਂ, ਫੇਰ ਉਵੇਂ ਮਿਟ ਜਾਂਦੀ ਹੈ। ਚੌਪਈ ਅਸ ਗੋਰਖ ਸੋ ਚਰਚਾ ਭਾਰੀ। ਐਸੀ ਭਾਈ ਗੋਰਖਨਾਥ ਦੇ ਤੇ ਹੋਰ ਜੋਗੀਆਂ ਨਾਲ ਵੱਡੀ ਚਰਚਾ। ਗਮਨ ਹੇਤ ਪੁਨ ਕੀਨ ਤਿਆਰੀ। ਉਹ ਚਰਚਾ ਕਰਨ ਤੋਂ ਬਾਅਦ ਫਿਰ ਮਹਾਰਾਜ ਨੇ ਇਥੋਂ ਚੱਲਣ ਦੀ ਤਿਆਰੀ ਕੀਤੀ ਹੈ। ਭੇਖ ਕਰ ਗੋਪੀ ਚੰਦ ਬਖਾਨਾ। ਵੇਖ ਕੇ ਗੋਪੀ ਚੰਦ ਕਹਿਣ ਲੱਗਿਆ, ਮੰਗਲਨਾਥ ਸੁਨੋ ਦੇ ਕਾਨਾ। ਐ ਮੰਗਲਨਾਥ ਧਿਆਨ ਦੇ ਕੇ ਸੁਣ, ਨਾਨਕ ਤਪਾ ਚੱਲਣ ਭੈ ਤਿਆਰੂ। ਇਹ ਜੋ ਨਾਨਕ ਤਪਾ ਹੈ, ਇਹ ਤਾਂ ਹੁਣ ਇਥੋਂ ਚੱਲਣ ਵਾਸਤੇ ਤਿਆਰ ਹੋਇਆ ਹੈ। ਚਲੋ ਆਪ ਕੀਜੈ ਸਤਕਾਰੂ। ਚਲੋ ਹੁਣ ਆਪਾਂ ਚੱਲ ਕੇ ਸਤਕਾਰ ਕਰਦੇ ਹਾਂ। ਜੇ ਤੁਮ ਕਹੇ ਰਹੇ ਇਹ ਠਾਈ। ਮੰਗਲਨਾਥ ਜੇ ਤੂੰ ਕਹਿ ਦੇਵੇਂ ਤਾਂ ਮਹਾਰਾਜ ਇਸ ਜਗ੍ਹਾ ਰਹਿ ਪੈਣਗੇ। ਜਾਂ ਤੇ ਨੀਕੀ ਅਪਰ ਨ ਕਾਈ। ਇਹ ਤੋਂ ਹੋਰ ਕੋਈ ਚੰਗੀ ਗੱਲ ਨਹੀਂ ਹੋਵੇਗੀ। ਜਿਨ ਕੇ ਬਚਨ ਗਿਆਨ ਮਹਿ ਭੀਨੇ। ਜਿਨ੍ਹਾਂ ਦੇ ਬਚਨ ਜਿਹੜੇ ਆ, ਦੇਖੋ ਕਿੰਨੇ ਗਿਆਨ ਵਿੱਚ ਭਿੱਜੇ ਹੋਏ ਨੇ। ਹੋਏ ਸਨਾਥ ਤੇ ਸੰਗਤ ਕੀਨੇ। ਇਹਨਾਂ ਸਤਿਗੁਰਾਂ ਦੀ ਸੰਗਤ ਕਰਕੇ ਤਾਂ ਸਨਾਥ, ਸਨਾਥ ਦਾ ਅਰਥ ਕਲਿਆਣਤਾ ਵੀ ਹੈ, ਸਨਾਥ ਦਾ ਅਰਥ ਹੈ ਸਹਿਤ ਮਾਲਕ ਵਾਲੇ। ਭਾਵ ਇਹਨਾਂ ਦੀ ਸੰਗਤ ਕਰਕੇ ਕਲਿਆਣਤਾ ਹੁੰਦੀ ਹੈ। ਕਹਿਤ ਪਰਸ ਪਰ ਬਚਨ ਬਿਲਾਸੂ। ਆਪਸ ਦੇ ਵਿੱਚ ਇਸ ਤਰ੍ਹਾਂ ਭਾਈ ਬਚਨ ਕੌਤਕ ਕਹਿੰਦੇ ਹਨ। ਚੱਲ ਆਏ ਸਤਿਗੁਰ ਕੇ ਪਾਸੂ। ਚੱਲ ਕੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕੋਲ ਆ ਗਏ। ਘੁੱਗੂ ਨਾਥ ਸੋ ਮੰਗਲ ਨਾਥਾ। ਘੁੱਗੂ ਨਾਥ ਫਿਰ ਮੰਗਲ ਨਾਥ ਹੈ। ਪ੍ਰਾਨ ਨਾਥ ਆਵਾਹਿਤ ਸਾਥਾ।
ਤੇ ਪ੍ਰਾਣਨਾਥ ਜੋਗੀ, ਉਹ ਵੀ ਪ੍ਰੇਮ ਨਾਲ ਆਇਆ। ਭਰਥਰ ਗੋਪੀ ਚੰਦ ਸੁਜਾਨਾ, ਭਰਥਰੀ ਹੈ ਗੋਪੀ ਚੰਦ ਸਿਆਣੇ ਹਨ ਜੋਗੀ। ਬੈਠ ਸਮੀਪਹਿ ਪ੍ਰੇਮ ਬਖਾਨਾ, ਮਹਾਰਾਜ ਦੇ ਕੋਲ ਬੈਠ ਕੇ ਪ੍ਰੇਮ ਨਾਲ ਬੇਨਤੀ ਕਰਦੇ ਹਨ। ਹਾਥ ਬੰਦ ਕਹਿ ਬਚਨ ਅਲਾਏ, ਹੱਥ ਜੋੜੇ ਤੇ ਬੇਨਤੀ ਕੀਤੀ। ਰਹੋ ਇਹਾਂ ਕਿਉਂ ਤਪਾ ਸਿਧਾਏ, ਹੇ ਨਾਨਕ ਤਪਾ ਜੀ ਇੱਥੇ ਹੀ ਰਹੋ, ਕਿਉਂ ਤੁਸੀਂ ਹੁਣ ਚੱਲੇ ਹੋ। ਸਿੱਧ ਮੰਡਲੀ ਕਰੋ ਸਨਾਥਾ, ਸਿੱਧ ਮੰਡਲੀ ਦਾ ਮਹਾਰਾਜ ਕਲਿਆਣ ਕਰੋ। ਵੈਸੇ ਕਹੋ ਨਿਰੰਜਨ ਗਾਥਾ, ਇੱਥੇ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੀ ਕਥਾ ਸਾਨੂੰ ਉਪਦੇਸ਼ ਦੇਵੋ, ਕਹੋ ਕਹਿਣਾ ਕਰੋ ਦੋਹਰਾ। ਨਹਿ ਤੁਮ ਕੋ ਜੰਜਾਲ ਕਛ, ਰਹਿਓ ਨਾ ਕੋ ਕਾਜ। ਕਹਿਣ ਲੱਗੇ ਵੀ ਮਹਾਰਾਜ ਨਾ ਤਾਂ ਹੁਣ ਕੋਈ ਤੁਹਾਨੂੰ ਹੋਰ ਸੰਸਾਰ ਦਾ ਜੰਜਾਲ ਹੈ ਤੇ ਨਾ ਕੋਈ ਕਾਰਜ ਹੀ ਤੁਹਾਡਾ ਕਰਨ ਵਾਲਾ ਰਹਿੰਦਾ ਹੈ। ਦਰਸ਼ਨ ਦੀਜੈ ਲੀਜੀਏ, ਰਹੋ ਸੁਮੇਰ ਬਿਰਾਜ। ਮਹਾਰਾਜ ਇੱਥੋਂ ਹੀ ਦਰਸ਼ਨ ਕਰੋ, ਮੇਲੇ ਜੋਲੇ ਕਰੀਏ, ਸੁਮੇਰ ਪਰਬਤ ਤੇ ਤੁਸੀਂ ਬਰਾਜੇ ਰਹੋ। ਚੌਪਈ ਸ੍ਰੀ ਨਾਨਕ ਸੁਨ ਕੀਨ ਉਚਾਰਾ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸੁਣ ਕੇ ਕਹਿਣ ਲੱਗੇ, ਸੱਚਖੰਡ ਮਹੁ ਗੁਰੂ ਹਮਾਰਾ। ਇਹ ਅਸੀਂ ਵੀ ਆਪਣੇ ਗੁਰੂ ਨੂੰ ਮਿਲਣਾ ਹੈ। ਦੇਖੋ ਪਰਮੇਸ਼ਰ ਦਾ ਰੂਪ ਹੈ। ਬਹੁਤ ਵਾਰੀ ਐਸੇ ਬਚਨ ਸਾਂਝੇ ਕੀਤੇ ਹੈ ਕਿ ਜੋ ਸਰਗੁਣ ਸਰੂਪ ਹੁੰਦਾ ਹੈ ਨਾ, ਸਾਕਾਰ ਰੂਪ ਪਰਮੇਸ਼ਰ ਦਾ, ਉਹ ਨਿਰਾਕਾਰ ਦਾ ਪੁੱਤਰ ਰੂਪ ਵੀ ਹੁੰਦਾ, ਚੇਲਾ ਰੂਪ ਵੀ ਹੁੰਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਆਪ ਨੂੰ ਦੱਸੇ, ਮੈਂ ਅਕਾਲ ਪੁਰਖ ਦਾ ਪੁੱਤਰ ਹਾਂ। ਭਾਵ ਜਦੋਂ ਨਿਰਾਕਾਰ ਪਰਮੇਸ਼ਰ ਆਪਣਾ ਸਾਕਾਰ ਰੂਪ ਧਾਰਦਾ ਹੈ, ਉਹ ਫਿਰ ਜਿਹੜਾ ਸਾਕਾਰ ਰੂਪ ਉਹਨੂੰ ਚੇਲੇ ਜਾਂ ਪੁੱਤਰ ਰੂਪ ਦੇ ਵਿੱਚ, ਵਾਸਤਵ ਦੇ ਵਿੱਚ ਉਹਦਾ ਅਸਲ ਸਰੂਪ ਨਿਰਾਕਾਰ ਹੈ, ਜੋ ਕਣ ਕਣ ਵਿੱਚ ਸਮਾਇਆ ਹੋਇਆ, ਸੱਚਖੰਡ ਵਿੱਚ ਬਿਰਾਜਮਾਨ ਹੋ ਕੇ ਸਾਰਿਆਂ ਨੂੰ ਵੇਖ ਰਿਹਾ ਹੈ। ਤੋ ਇਸ ਕਰਕੇ ਉਸੇ ਨੂੰ ਹੀ, ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਵੀ ਫਿਰ ਉਹ ਬਚਨ ਕਹੇ ਨਾ, ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਿਰਾਕਾਰ ਰੂਪ ਵਿੱਚ ਨਿਰਾਕਾਰ ਸਭ ਦਾ ਹੀ ਗੁਰੂ ਹੈ। ਇੱਕ ਗੁਰਮੁਖੋ ਇਸ਼ਟ ਗੁਰੂ ਹੈ। ਜਿਵੇਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਸ਼ਟ ਗੁਰੂ ਕਹਿੰਦੇ, ਤੇ ਗੁਰੂ ਅੰਗਦ ਦੇਵ ਮਹਾਰਾਜ, ਉਹਨਾਂ ਦੇ ਇਸ਼ਟ ਗੁਰੂ ਗੁਰੂ ਨਾਨਕ ਦੇਵ ਜੀ, ਤੇ ਫਿਰ ਦੇਖੋ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਇਸ਼ਟ ਗੁਰੂ ਗੁਰੂ ਅੰਗਦ ਦੇਵ। ਇਹ ਇਸ਼ਟ ਗੁਰੂ ਰੂਪ ਹੈ, ਇਹ ਭਾਈ ਪਰਮੇਸ਼ਰ ਰੂਪ ਨੇ ਸਤਿਗੁਰ। ਤੇ ਉਹ ਹੁਣ ਜਿਹੜਾ ਆਦੰਤ ਇੱਕ ਅਵਤਾਰ ਨਿਰਾਕਾਰ ਰੂਪ ਹੈ, ਉਹ ਸਭ ਦਾ ਹੀ। ਮਹਾਰਾਜ ਕਹਿੰਦੇ ਸੱਚਖੰਡ ਮੋਹ ਗੁਰੂ ਹਮਾਰਾ। ਭਾਈ ਸਿੱਧੋ ਨਾਥੋ, ਸੱਚਖੰਡ ਦੇ ਵਿੱਚ ਜੋ ਸਾਡਾ ਗੁਰੂ ਹੈ, ਜਾਹੇ ਦਰਸਵੇ ਤਿਨ ਕੇ ਕਾਰਨ, ਉਹਨਾਂ ਦੇ ਦਰਸ਼ਨ ਕਰਨ ਦੇ ਵਾਸਤੇ ਅਸੀਂ ਜਾਣਾ ਹੈ। ਕਰੋ ਖੁਸ਼ੀ ਹੈ ਨਾਥ ਉਚਾਰਨ, ਇਸ ਕਰਕੇ ਨਾਥੋ ਭਾਈ ਤੁਸੀਂ ਖੁਸ਼ੀ ਦੇ ਬੋਲ ਕਹੋ। ਸੁਨ ਤਬ ਮੰਗਲ ਨਾਥ ਅਲਾਇਓ, ਤਿਉ ਕਰੋ ਖੁਸ਼ੀ ਹੈ ਨਾਥ, ਤੁਸੀਂ ਖੁਸ਼ੀਆਂ ਮਾਣੋ ਨਾਥੋ। ਸੁਣ ਤਬ ਮੰਗਲ ਨਾਥ ਅਨਾਇਓ, ਸੁਣ ਕੇ ਮੰਗਲ ਨਾਥ ਕਹਿੰਦਾ ਹੈ, ਹੇ ਗੁਰ ਸੱਚਖੰਡ, ਹੇ ਗੁਰ ਸੱਚਖੰਡ ਕਿਹ ਬਿਨ ਆਇਓ। ਹੇ ਗੁਰੂ ਮਹਾਰਾਜ ਜੀ, ਫਿਰ ਤੁਸੀਂ ਉੱਥੇ ਕਿਉਂ ਨਹੀਂ ਰਹੇ ਗੁਰੂ ਕੋਲੇ ਸੱਚਖੰਡ, ਕਿਉਂ ਆਏ ਹੋ। ਜੈ ਨਿਰੰਕਾਰ ਗੁਰੂ ਤੋਹਿ ਬਾਸਾ, ਜਿੱਥੇ ਨਿਰੰਕਾਰ ਤੁਹਾਡਾ ਗੁਰੂ ਵਸਦਾ ਹੈ। ਅਹਿ ਸਕਲ ਜਗ ਜਾਹੇ ਤਮਾਸ਼ਾ, ਇਹ ਆ ਜਿਹੜਾ ਹੈ ਸਕਲ ਸਾਰਾ ਜਗਤ ਜਿਹੜਾ, ਇਹ ਤਾਂ ਉਸ ਦਾ ਤਮਾਸ਼ਾ ਹੈ। ਸੁਣ ਸ੍ਰੀ ਗੁਰੂ ਨਾਨਕ ਤੇਹ ਬਾਰਾ, ਸੁਣ ਕੇ ਸ੍ਰੀ ਗੁਰੂ ਨਾਨਕ ਨਾਮ ਗੁਰੂ ਪਾਤਸ਼ਾਹ ਜੀ ਫਿਰ ਸੋ ਦਰ ਕੇਹਾ ਸ਼ਬਦ ਉਚਾਰਾ। ਉਹ ਜਿੱਥੇ ਨਿਰੰਕਾਰ ਵਸਦਾ ਹੈ,
ਉਹ ਕੈਸਾ ਹੈ। ਫਿਰ ਉਹ ਸੋਦਰ ਦਾ ਸ਼ਬਦ ਜਿਹੜਾ ਮਹਾਰਾਜ ਨੇ ਉਚਾਰਨ ਕੀਤਾ ਵੀ ਐਸਾ ਉਹਦਾ ਦਰ ਹੈ। ਹੁਣ ਇੱਥੇ ਸੰਤ ਨੈਣ ਜੀ ਨੇ ਫਿਰ ਉਹ ਸ਼ਬਦ ਨਹੀਂ ਦਿੱਤਾ, ਕਿਉਂਕਿ ਬਹੁਤ ਲੰਮਾ ਫਿਰ ਕਥਾ ਹੋ ਜਾਂਦੀ ਹੈ। ਇਸ ਕਰਕੇ ਦੱਸ ਤਾਂ ਇੰਨਾ ਹੀ, ਭਾਈ ਜਿਹੜਾ ਸੋਦਰ ਦਾ ਸ਼ਬਦ ਹੈ ਉਹ ਮਹਾਰਾਜ ਨੇ ਉਚਾਰਨ ਕੀਤਾ ਜਪਜੀ ਸਾਹਿਬ ਦਾ। ਇਹ ਸਿੱਧਾਂ ਨੂੰ ਉਪਦੇਸ਼ ਦਿੰਦੇ ਆ। ਸੁਣ ਸਿੱਧਨ ਅਤ ਹਰਖ ਵਢਾਇਆ। ਸੁਣ ਕੇ ਸਿੱਧਾਂ ਨੇ ਬਹੁਤ ਖੁਸ਼ੀ ਵਧਾਈ ਹੈ। ਧੰਨ ਗੁਰੂ ਨਾਨਕ ਮੁਖ ਗਾਇਆ। ਮੁਖੋਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿਣ ਲੱਗੇ ਹਨ। ਦੋਹਰਾ ਸਭ ਸਿੱਧਨ ਕਰ ਜੋਰ ਕੈ, ਅਸ ਬਿਦ ਬਿਨੂ ਸੁਨਾਏ। ਸਾਰੇ ਫਿਰ ਸਿੱਧਾਂ ਨੇ ਹੱਥ ਜੋੜੇ ਤੇ ਇਉਂ ਬੇਨਤੀ ਕੀਤੀ, ਖੇਲੋ ਜਹ ਇੱਛਾ ਪ੍ਰਭੂ, ਹਮ ਸਭ ਆਏ ਸਮਾਹੇ। ਵੀ ਮਹਾਰਾਜ ਤੁਸੀਂ ਜਿਵੇਂ ਤੁਹਾਡੀ ਇੱਛਾ ਉਵੇਂ ਖੇਡੋ, ਭਾਵ ਜਿੱਥੇ ਜਾਣਾ ਚਾਹੁੰਦੇ ਜਾਓ, ਇਹ ਤੁਹਾਡੀ ਮੌਜ ਹੈ। ਅਸੀਂ ਸਤਿਗੁਰੂ ਜੀ ਤੁਹਾਡੀ ਸਾਰੇ ਜਿੰਨੇ ਸਿੱਧਾਂ ਤੁਹਾਡੀ ਆਗਿਆ ਵਿੱਚ ਹਾਂ। ਚੌਪਈ ਸਾਦਰ ਕੇ ਬਚ ਸੁਨੇ ਸੁਨਾਏ। ਕਿਉਂ ਸਤਕਾਰ ਦੇ ਫਿਰ ਬਚਨ ਸੁਣੇ ਸੁਣਾਏ ਹਨ। ਅਗਰਜ ਸੰਗ ਚੱਲੇ ਪਹੁੰਚਾਏ। ਹੁਣ ਮਹਾਰਾਜ ਨੂੰ ਅੱਗੇ ਤੱਕ ਛੱਡਣ ਵਾਸਤੇ ਸਿੰਘ ਜਿਹੜੇ ਆ ਸਿੱਧ ਚੱਲੇ ਹਨ। ਕਰਤ ਪ੍ਰੇਮ ਸਭ ਸਿੱਧ ਹਟਾਏ। ਫਿਰ ਪ੍ਰੇਮ ਕਰਦੇ ਆ ਮਹਾਰਾਜ ਕਹਿੰਦੇ ਵੀ ਭਾਈ ਹੁਣ ਤੁਸੀਂ ਆਪਦਾ ਸਿੱਧ ਮੰਡਲੀ ਸਮੇਤ ਤੇ ਜਾਓ। ਉਹਨਾਂ ਨੂੰ ਵਿਦਾ ਕਰਤਾ, ਪ੍ਰੇਮ ਨਾਲ ਮੋੜ ਦਿੱਤੇ। ਆਗੇ ਪੁਨ ਸ੍ਰੀ ਗੁਰੂ ਸਿਧਾਏ। ਅੱਗੇ ਫਿਰ ਹੁਣ ਮਹਾਰਾਜ ਜੀ ਭਾਈ ਬਾਲਾ, ਭਾਈ ਮਰਦਾਨਾ ਨਾਲ ਹਨ, ਚੱਲੇ ਨੇ। ਗੁਰ ਸੋ ਪੂਛਤ ਭਾ ਮਰਦਾਨਾ। ਤੇ ਭਾਈ ਮਰਦਾਨਾ ਜੀ ਸਤਿਗੁਰੂ ਜੀ ਨੂੰ ਪੁੱਛਦੇ ਹਨ, ਨਾਥ ਨਾਮ ਸਭ ਕਰੋ ਬਖਾਨਾ। ਵੀ ਮਹਾਰਾਜ ਇਹ ਸਿੱਧ ਨਾਥ, ਇਹ ਨਾਥਾਂ ਦੇ ਵੀ ਮਹਾਰਾਜ ਤੁਸੀਂ ਨਾਮ ਦੱਸੋ। ਜਿਤਨੇ ਜਤੀ ਕਹੋ ਤਿਨ ਨਾਮੂ। ਤੇ ਜਿੰਨੇ ਫਿਰ ਜਤੀ ਹੋਏ ਨੇ ਉਹਨਾਂ ਦੇ ਵੀ ਨਾਮ ਦੱਸੋ। ਕਿਤਨੇ ਸਿੱਧ ਭਏ ਸੁਖ ਧਾਮੂ। ਤੇ ਕਿੰਨੇ ਹੀ ਸੁੱਖਾਂ ਦੀ ਧਾਮ ਸਤਿਗੁਰੂ ਜੀ ਸਿੱਧ ਹੋਏ ਹਨ। ਸ੍ਰੀ ਗੁਰ ਭਨੈ ਸਿੱਧ ਹੈ ਜੇਤੇ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਭਾਈ ਮਰਦਾਨਿਆ, ਇਹ ਜਿੰਨੇ ਸਿੱਧ ਹਨ, ਨਾਥ ਨਾਮ ਕਹਿਲਾਵਹਿ ਤੇਤੇ। ਇਹ ਸਾਰੇ ਆਪਣੇ ਨਾਮ ਨਾਲ ਨਾਥ ਲਾਉਂਦੇ ਆ। ਇਹ ਸਾਰੇ ਆਪਣੇ ਆਪ ਨੂੰ ਨਾਥ ਕਹਾਉਂਦੇ ਹਨ। ਇਨ ਮਹਿ ਨੌ ਜੇ ਨਾਥ ਸ਼ੁਭ ਜਾਨੂ। ਪਰ ਇਹਨਾਂ ਦੇ ਵਿੱਚੋਂ 9 ਐਸੇ ਨਾਥ ਹੈ ਜਿਹੜੇ ਚੰਗੇ ਜਾਣੇ ਜਾਂਦੇ, ਸ਼ੁਭ ਹਨ। ਸੋ ਮੈਂ ਤੁਝ ਸੰਗ ਕਰਤ ਬਖਾਨੂ। ਉਹ ਮੈਂ ਤੈਨੂੰ ਭਾਈ ਮਰਦਾਨਿਆਂ ਦੱਸ ਦਿੰਦਾ ਹਾਂ। ਪ੍ਰਾਨ ਨਾਥ ਇੱਕ ਗੋਪੀ ਚੰਦ। ਇਹਨਾਂ ਚੋਂ ਇੱਕ ਪ੍ਰਾਣਨਾਥ ਹੈ, ਇੱਕ ਗੋਪੀ ਚੰਦ ਹੈ। ਸੁਰਤ ਨਾਥ ਜਿਨ ਨਹਿ ਜਮ ਫੰਦ। ਇੱਕ ਸੁਰਤ ਨਾਥ ਹੈ ਜਿਨ੍ਹਾਂ ਨੂੰ ਕੋਈ ਜਮਾਂ ਦੀ ਫਾਹੀ ਨਹੀਂ ਹੈ। ਗੋਰਖ ਮਛੰਦਰ ਮੰਗਲ ਨਾਥ। ਫਿਰ ਗੋਰਖਨਾਥ ਹੈ, ਮਛੰਦਰਨਾਥ ਹੈ, ਮੰਗਲਨਾਥ ਹੈ। ਚਰਪਟ ਚੰਬਾ ਘੁੱਗੂ ਸਾਥ। ਫਿਰ ਜਿਹੜਾ ਹੈ ਜਿਵੇਂ ਪ੍ਰਾਣਨਾਥ, ਗੋਪੀ ਚੰਦਨਾਥ ਹੋ ਗਏ 2, ਸੁਰਤਨਾਥ 3, ਗੋਰਖ 4, ਮਛੰਦਰ 5, ਮੰਗਲਨਾਥ 6, ਚਰਪਟ ਚੰਬਾ ਘੁੱਗੂ ਸਾਥ। ਇਹ 7ਵਾਂ ਚਰਪਟਨਾਥ, 8ਵਾਂ ਚੰਬਾਨਾਥ ਤੇ 9ਵਾਂ ਘੁੱਗੂਨਾਥ। ਇਹ ਜਿਹੜੇ ਨੇ ਸਿਆਣੇ ਸਿੱਧ ਹੋਏ ਹਨ, ਗਿਆਨਵਾਨ ਹੋਏ ਨੇ, ਜਿਨ੍ਹਾਂ ਨੇ ਚੰਗੇ ਪ੍ਰਸ਼ਨ ਕੀਤੇ। ਜਦੋਂ ਕਿਤੇ ਸਿੱਧ ਗੋਸ਼ਟ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੜ੍ਹਦੇ ਆ ਤਾਂ ਉਹਦੇ ਵਿੱਚ ਪਤਾ ਚੱਲਦਾ ਹੈ ਕਿ ਰੂਹਾਨੀਅਤ ਦੀਆਂ ਬਾਤਾਂ ਨੇ ਸਿੱਧ ਗੋਸ਼ਟ ਦੇ ਵਿੱਚ ਕੈਸੇ ਸਵਾਲ ਕੀਤੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਕਿ 9 ਨਾਥ ਨੇ। ਅਬ ਜੇ ਜਤੀ ਸੁਨੋ ਦੇ ਕਾਨਾ। ਹੁਣ ਜਿਹੜੇ ਜਤੀ ਹੋਏ ਨੇ, ਜਿਵੇਂ ਮੁੱਖ 6 ਹੈ ਪੁਰਾਤਨ ਸਮਿਆਂ ਵਿੱਚ, ਉਹ ਕਹਿੰਦੇ ਭਾਈ
ਕੰਨ ਦੇ ਕੇ ਸੁਣ ਲਵੋ। ਲਛਮਣ ਗੋਰਖ ਅਰ ਹਨੂਮਾਨਾ। ਇਹ ਹੁਣ ਪੁਰਾਤਨ ਜਤੀਆਂ ਦਾ ਜ਼ਿਕਰ ਹੈ। ਇਹ ਲਛਮਣ, ਗੋਰਖਨਾਥ, ਹਨੂਮਾਨ, ਭੀਸ਼ਮ ਪਿਤਾਮਾ, ਭੈਰਵ ਤੇ ਦੱਤ, ਇਹ 6 ਜਿਹੜੇ ਜਤੀ ਮੰਨੇ। ਲੇਕਿਨ ਜਦੋਂ ਆਪਾਂ ਇਸ ਤਰ੍ਹਾਂ ਦਾ ਪੜ੍ਹਦੇ ਹਾਂ ਵੀ ਉਹ ਆਪਣੇ ਸਮੇਂ ਦੇ ਹੋਏ, ਸਿੱਖੀ ਵਿੱਚ ਗੁਰਮੁਖੋ ਮਹਾਰਾਜ ਨੇ ਕਿ ਏਕਾ ਨਾਰੀ ਜਤੀ ਹੋਏ, ਇਹ ਵੀ ਉਪਦੇਸ਼ ਹੈ। ਤੇ ਦੂਸਰਾ ਹੋਰ ਵੀ ਬੜੇ ਜਸ ਸਤ ਵਾਲੇ ਐਸੇ ਗੁਰਮੁਖ ਸਤਪੁਰਸ਼ ਹੁਣ ਤੱਕ ਵੀ ਨੇ, ਬਹੁਤ ਹੋਏ, ਜਿਨ੍ਹਾਂ ਨੇ ਗੁਰਮੁਖੋ ਇੱਧਰ ਨੂੰ ਕੋਈ ਧਿਆਨ ਨਾ ਦੇ ਕੇ ਪਰਮਾਤਮਾ ਨਾਲ ਹੀ ਲਿਵ ਜੋੜੀ ਰੱਖੀ। ਤੇ ਬਹੁਤ ਐਸੇ ਜੋ ਜਿਵੇਂ ਬਾਬਾ ਦੀਪ ਸਿੰਘ ਜੀ, ਮਹਾਨ ਜੱਟ ਜ਼ਿਮੀਂਦਾਰ ਪਰਿਵਾਰ ਚ ਪੈਦਾ ਹੋਏ, ਮੁੱਖ ਉਹਨਾਂ ਸੰਧੂ ਗੋਰਸੀ, ਕੁਝ ਹੋਰ ਵਿੱਚ ਲਿਖੀ ਜਾਂਦੇ ਆ, ਪਰ ਐਸੇ ਹੁਣ ਜਿਹੜੇ ਉਹਨਾਂ ਦਾ ਆਪਾਂ ਜੀਵਨ ਪੜ੍ਹਦੇ ਹਾਂ, ਦੁਨੀਆ ਨੇ ਵਧੀਆ ਕੈਸਾ ਜਤ ਸਤ ਜੀਵਨ ਹੈ, ਪਰਮਾਤਮਾ ਦੀ ਬੰਦਗੀ ਕੀਤੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ। ਤੋ ਇਹ ਪੁਰਾਤਨ ਜਿਹੜੇ ਉਸ ਸਮੇਂ ਦੱਸਦੇ ਕਿ ਅਬ ਜੇ ਜਤੀ ਸੁਣਹੁਦੇ ਕੰਨ। ਹੁਣ ਜਿਹੜੇ ਜਤੀ ਆ ਉਹ ਕੰਨ ਦੇ ਕੇ ਸੁਣ ਲੈ। ਲਛਮਣ ਗੋਰਖ ਅਰ ਹਨੂਮਾਨਾ। ਲਛਮਣ ਹੈ, ਗੋਰਖ ਹੈ, ਅਰ ਹਨੂਮਾਨ ਹੈ। ਭੀਸ਼ਮ ਭੈਰਵ ਦੱਤ ਪਛਾਨੋ। ਭੀਸ਼ਮ ਪਤਾਨਾ, ਭੈਰਵ ਰਿਖੀ, ਦੱਤਾਤਰੇ, ਇਹ ਜਾਣ ਲੈ। 84 ਸਭ ਸਿੱਧ ਬਖਾਨੋ। ਫਿਰ 84 ਸਿੱਧ ਨੇ, ਉਹ ਵੀ ਮਹਾਰਾਜ ਕਹਿੰਦੇ ਭਾਈ ਤੈਨੂੰ ਦੱਸ ਦਿੰਦੇ ਹਾਂ। ਸੂਰ ਸਿੱਧ ਲਾਹੌਰੀ ਪਾ ਭੰਗਰ। ਇਹ ਹੁਣ ਸਿੱਧਾਂ ਦੇ ਨਾਮ ਆ ਗਏ, ਸੂਰ ਸਿੱਧ, ਲਾਹੌਰੀ ਪਾ ਤੇ ਭੰਗਰ ਨਾਥ, ਇਹ ਵੀ ਸਿੱਧਾਂ 'ਚ ਆ ਗਏ। ਹਾਜੀ ਰਤਨ ਖਿੰਥੜਾ ਝੰਗਰ। ਹਾਜੀ ਰਤਨ ਖਿੰਥੜਾ ਝੰਗਰਨਾਥ, ਹੁਣ ਇਹ ਸਿੱਧ ਆ ਗਏ। ਕੇਵਲ ਕਰਨ ਜਾਲ ਕਾ ਸੰਗਰ। ਕੇਵਲ ਕਰਨ ਜਾਲ ਕਾ ਸੰਗਰ, ਇਹ 9 ਨੇ ਸਾਰੇ। ਸਮਰਥ ਨਿਰਤ ਬਿਮਲ ਕਾ ਲੰਗਰ। ਇਸ ਤਰ੍ਹਾਂ ਨਿਰਤਨਾਥ, ਬਿਮਲਨਾਥ, ਕਲੰਗਰਨਾਥ, ਇਹ ਸਾਰੇ ਸਮਰੱਥ। ਪੂਰਨ ਨਾਸਕ ਔ ਘਟ ਊਰਮ। ਫਿਰ ਭਾਈ ਪੂਰਨਨਾਥ, ਨਾਸਕ ਔਰ ਘਟਨਾਥ, ਊਰਮਨਾਥ ਇਹੋ ਹੋਏ ਨੇ। ਭਰਥਰ ਈਸ਼ਰ ਪਰਬਤ ਧੂਰਮ। ਭਰਥਰ ਈਸ਼ਰਨਾਥ ਪਰਬਤ, ਫਿਰ ਧੂਰਮਨਾਥ। ਜੋਤ ਮਗਨ ਸਿੱਧ ਸੈਨ ਹਨੀਫਾ। ਜੋਤ ਮਗਨ ਸਿੱਧ ਸੈਨ, ਸੈਨ ਸਿੱਧ, ਹਨੀਫਾ ਸਿੱਧ, ਇਹ ਸਾਰੇ 9 ਆਉਂਦੇ ਆ। ਰਾਏ ਐਨ ਪਤ ਪ੍ਰਾਨ ਕਨੀਫਾ। ਤੇ ਰਾਏ ਐਨ ਪ੍ਰਾਨ ਪਤ ਕਨੀਫਾ ਇਤਿਆਦਿਕ। ਬਿਮਲ ਜੋਤ ਸੀਤਲ ਜਲ ਗਿਰਵਰ। ਇਹ ਸਾਰੇ 9 ਰੱਖੇ ਹੋਏ ਸਨ ਉਹਨਾਂ ਦੇ। ਬਿਮਲ ਜੋਤ, ਸੀਤਲ ਜਲ, ਗਿਰਵਰ ਸਿੱਧ ਹੈ। ਚਤੁਰ ਬੈਨ ਮੁਕਤੀ ਸਰ ਗਿਰ ਧਰ। ਇਹ ਚਤੁਰ ਬੈਨ ਮੁਕਤੀ ਸਰ ਗਿਰ ਧਰ, ਇਹ ਵੀ ਸਿੱਧਾਂ ਦੇ ਨਾਮ ਨੇ। ਸੂਰ ਸੈਨ ਗਿਰ ਬੋਧ ਪਲਕ ਨਿਧ। ਸੂਰ ਸੈਨ ਗਿਰ ਬੋਧ ਪਲਕ ਨਿਧ। ਸ਼ੰਭੂ ਮਗਨ ਧਾਰ ਕਨਕਾ ਸਿੱਧ। ਸ਼ੰਭੂਨਾਥ ਮਗਨ ਧਾਰ ਕਨਕਾ ਸਿੱਧ ਹੈ। ਗੌਨ ਗੋਵਾਲ ਕਲਿੰਦਰੇ ਦਰਸ਼ਨ। ਗੌਨ ਸਿੱਧ, ਗੋਵਾਲ, ਕਲਿੰਦਰਨਾਥ ਇਤਿਆਦਿਕ। ਚਲਤ ਜੋਤ ਤੁਲਸਾ ਗੋਵਰਧਨ। ਇਉਂ ਕਹਿੰਦੇ ਭਾਈ ਚਲਤ ਜੋਤ, ਚਲ ਤੁਲਸਾ ਜਿਹੜਾ ਹੋਇਆ ਸਿੱਧ, ਗੋਵਰਧਨ ਸਿੱਧ। ਕੇਵਲ ਕਰਮੀ ਕਲਾ ਬਿਲਾਸੀ। ਇੱਕ ਭਾਈ ਕੇਵਲ ਕਰਮੀ, ਇਹ ਵੀ ਵੱਡਾ ਕਲਾਵਾਨ ਹੈ। ਭੂਤਵੇ ਕੇਸ ਕਰਨ ਕਰਮ ਨਾਸੀ। ਭੂਤਵਾ ਸਿੱਧ ਹੈ, ਕੇਸ ਕਰਨ ਕਰਮ ਨਾਸੀ। ਸੰਗਰ ਕਿਸ਼ਨ ਕੁਆਰ ਅਸਰ ਨਿਧ। ਸੰਗਰਨਾਥ ਕਿਸ਼ਨ ਕੁਆਰ ਸਿੱਧ ਹੈ, ਅਸਰ ਸਿੱਧ ਹੈ। ਪਲਕਾ ਰਾਮ ਕੁਆਰ ਰਾਮ ਸਿੱਧ। ਤੇ ਪਲਕਾ ਸਿੱਧ ਹੈ, ਰਾਮ ਕੁਮਾਰ ਸਿੱਧ। ਇਹੋ ਜਿਹੇ ਜਿਹੜੇ ਸਿੱਧਾਂ ਦੇ ਨਾਂ ਦੱਸ ਰਹੇ। ਮੀਰ ਹੁਸੈਨੀ ਆਪੰ ਰੂਪੀ। ਮੀਰ ਹੁਸੈਨੀ ਸਿੱਧ ਹੈ ਮੀਰ। ਇਹ ਆਪੰ ਰੂਪੀ, ਇਹ 9 ਹਨ ਇਹੋ ਜਿਹੇ।
ਮੀਰ ਜੰਬੀਲ ਕਲੇਸ਼ੰ ਧੂਪੀ। ਮੀਰ ਜੰਬੀਲ ਹੈ ਜਿਹਨੇ ਸਾਰੇ ਕਲੇਸ਼ਾਂ ਨੂੰ ਧੂਪਿਆ ਹੋਇਆ, ਨਾਸ਼ ਕੀਤਾ। ਜੋਗਾ ਹਰੇ ਖੁਲਾਸ ਬਚਿਤਰਾ, ਜਾਂ ਇਸ ਤਰ੍ਹਾਂ ਦੇ ਧੂਪੀਆ ਸਿੱਧ, ਜੋਗਾ ਹਰੀ, ਖੁਲਾਸ ਸਿੱਧ, ਬਚਿਤਰਾ ਸਿੱਧ। ਕੇਵਲ ਕਰਮੀ ਯੋਗ ਪਵਿੱਤਰਾ, ਇਹ ਕੇਵਲ ਕਰਮੀ ਸਿੱਧ ਹੈ, ਪਵਿੱਤਰ ਯੋਗ ਕਰਨ ਵਾਲਾ। ਸੰਭਾਲ ਕਾ ਵਿਹੰਗਮ ਜੋਗੀ, हे ਮਹਾਰਾਜ ਕਹਿੰਦੇ ਸੰਭਾਲ ਕਾ ਸਿੱਧ ਹੈ, ਵਿਹੰਗਮ ਸਿੱਧ ਹੈ, ਜੋਗੀ ਨੇ। ਬ੍ਰਹਮੰ ਜੋਗੀ ਬ੍ਰਹਮੰ ਭੋਗੀ, ਇੱਕ ਕੋਈ ਬ੍ਰਹਮ ਜੋਗੀ, ਇੱਕ ਬ੍ਰਹਮ ਭੋਗੀ, ਇਹ 9 ਹਨ। ਸਰਸਵਤੀ ਬਿਸ਼ਨਪਤੀ ਗੰਧਾਰੀ, ਫਿਰ ਸਰਸਵਤੀ ਨਾਥ ਬਿਸ਼ਨਪਤੀ ਸਿੱਧ, ਗੰਧਾਰੀ ਸਿੱਧ। ਵਾਸੀ ਗੁਫਾ ਬ੍ਰਹਮ ਬਤ ਧਾਰੀ, ਕੋਈ ਐਸੇ ਬ੍ਰਹਮ ਬਿਰਤੀ ਧਾਰ ਕੇ ਗੁਫਾ ਦੇ ਵਿੱਚ ਵਸੇ ਹੋਇਆ, ਜਾਂ ਬ੍ਰਹਮ ਬ੍ਰਤ ਸਿੱਧ। 9 ਵੀ ਐਸੇ ਹੋ ਸਕਦੇ ਐ। ਮੁਗਲ ਜੋਗ 84 ਗਨੀਏ, ਮੁਗਲ ਨਾਥ ਜੋਗ ਇਹੋ ਜਿਹੇ 84 ਗਿਣੇ ਜਾਂਦੇ ਹਨ। ਸਰਬ ਨਾਮ ਸਿੱਧਨ ਕੇ ਜਨੀਏ, ਭਾਈ ਮਰਦਾਨਿਆ ਇਹ ਸਾਰੇ 9 ਸਿੱਧਾਂ ਦੇ ਜਾਣ ਲੈ। ਮਰਦਾਨਾ ਸੁਨ ਬੂਝਤ ਭਾਤਵ, ਭਾਈ ਮਰਦਾਨਾ ਸੁਣ ਕੇ ਫਿਰ ਪੁੱਛਦਾ ਹੈ, ਤੁਮ ਜੋ ਕਹੇ ਸੋ ਜਾਣੇ ਮੈਂ ਸਭ। ਮਹਾਰਾਜ ਜੋ ਤੁਸੀਂ ਦੱਸਿਆ ਮੈਂ ਸਾਰੇ ਜਾਣ ਲਏ ਹਨ। ਏਕ ਸੰਦੇਹ ਨਿਵਾਰਨ ਕੀਜੈ, ਹੁਣ ਮਹਾਰਾਜ ਇੱਕ ਸ਼ੰਕਾ ਨਿਵਰਤ ਕਰ ਦਿਓ। ਬਾਹਰੋਂ ਚੱਲਣ ਪੈਗੈਲ ਪੱਗ ਦੀਜੈ, ਫਿਰ ਮਹਾਰਾਜ ਅੱਗੇ ਚੱਲਣ ਵਾਸਤੇ ਆਪਣਾ ਚਰਨ ਪੁੱਟਣਾ ਹੈ। ਦੋਹਰਾ ਭੋਗ ਨਾ ਕੀਨੇ ਨਾਰਸੋ, ਐਸੇ ਲੋਕ ਅਨੇਕ। ਵੀ ਮਹਾਰਾਜ ਜਿਹੜਾ ਤੁਸੀਂ 6 ਜਤੀ ਕਿਹਾ, ਹੁਣ ਇਹੋ ਜਿਹੇ ਤਾਂ ਬਹੁਤ ਲੋਕ ਨੇ ਜਿਨ੍ਹਾਂ ਨੇ ਕਿਸੇ ਨੇ ਇਸਤਰੀ ਦਾ ਸੰਗ ਨਹੀਂ ਕੀਤਾ ਹੈ। ਖਸ਼ਟ ਜਤੀ ਤੁਮ ਕਿਉਂ ਕਹੋ ਮੁਝ ਸੰਸੈ ਭਾਏਕ, हे ਮਹਾਰਾਜ ਤੁਸੀਂ 6 ਜਤੀ ਹੀ ਕਿਉਂ ਕਿਹਾ, ਇਹ ਮੈਨੂੰ ਇੱਕ ਸ਼ੰਕਾ ਹੈ। ਚੌਪਈ ਸੁਨ ਸ੍ਰੀ ਸਤਿਗੁਰ ਬੈਨ ਉਚਾਰੇ, ਸੁਣ ਕੇ ਗੁਰੂ ਮਹਾਰਾਜ ਨੇ ਬਚਨ ਕਹੇ, ਨਹੀਂ ਜਤੀ ਜੋ ਤੋਹੇ ਵਿਚਾਰੇ। ਵੀ ਭਾਈ ਮਰਦਾਨਿਆ ਇਸ ਤਰ੍ਹਾਂ ਨਹੀਂ ਜਤੀ ਹੁੰਦਾ ਜਿਹੜੇ ਤੂੰ ਵਿਚਾਰ ਲੈ, ਵੀ ਜਿਹਨਾਂ ਕੋਈ ਇਸਤਰੀ ਸੰਗ ਨਹੀਂ ਕੀਤਾ ਉਹ ਜਤੀ ਕਹਾ ਗਿਆ, ਜਿਹੜੇ ਤੂੰ ਇਉਂ ਵਿਚਾਰ ਲਿਓ ਜਤੀ ਨਹੀਂ। ਸਰਬ ਰਖੀਕ ਬਿੰਦ ਦਰਵ ਜਾਵੇ, ਇਉਂ ਨਹੀਂ ਹੈ। ਸਾਰੇ ਇੰਦਰੇ ਜਿਹੜੇ ਨੇ ਕਰਮ ਗਿਆਨ ਇੰਦਰੇ ਸਭ ਰਾਹੀਂ ਜਿਹੜਾ ਬ੍ਰਿੰਦ ਹੈ ਉਹ ਜਿਹੜਾ ਹੈ ਸਦਾ ਦਰਵ ਜਾਂਦਾ ਹੈ। ਭਾਵ ਇਹਦਾ ਸਰੀਰ ਦੇ ਵਿੱਚੋਂ ਜਿਹੜਾ ਕੋਈ ਵੀ ਚਾਹੇ ਕੋਈ ਸੋਚਦਾ ਹੈ, ਕੀ ਥੋੜੋ ਹੈ ਕੋਈ ਕਾਰਨ, ਕਿੰਨੇ ਨੇ ਸਰੀਰ ਦੇ ਗੁਰਮੁਖੋ, ਇਹ ਸਾਰੇ ਇੰਦਰੀਆਂ ਰਾਹੀਂ ਹੁੰਦਾ ਹੈ। ਜਤੀ ਸੋਏ ਕਿਤ ਤੇ ਨ ਗਨਾਵੇ, ਜਤੀ ਉਹ ਹੈ ਜਿਹੜਾ ਸਾਰੇ ਇੰਦਰੀਆਂ ਤੋਂ ਜਤੀ ਰਹੇ। ਇਸ ਤਰ੍ਹਾਂ ਨੈਣ ਰੂਪ ਭਿਖ ਰਹਿਓ ਲੁਭਾਈ, ਕੋਈ ਇਹੋ ਜਿਹੇ ਨੇ ਕੇਵਲ ਨੇਤਰਾਂ ਨਾਲ ਵੇਖ ਕੇ ਲੁਭਾਈਮਾਨ ਹੋਏ ਰਹਿੰਦੇ। ਤਾਹੀ ਸਮੇਂ ਨੈਣ ਦਰ ਜਾਈ, ਉਦੋਂ ਜਿਹੜਾ ਬਿੰਦ ਅੱਖਾਂ ਰਾਹੀਂ ਜਿਹੜਾ ਹੈ ਇਹਦਾ ਸਰੀਰ ਵਿੱਚੋਂ ਜਾਂਦਾ ਹੈ। ਤੀਏ ਰਸ ਸੁਨੈ ਜਬੇ ਦੇ ਕੰਨ, ਜਦੋਂ ਕੰਨ ਦੇ ਨਾਲ ਇਹ ਇਸਤਰੀ ਦੇ ਮੰਦ ਭਾਵਨਾ ਨਾਲ ਇਹੋ ਜਿਹੀਆਂ ਗੱਲਾਂ ਰਸ ਸੁਣਦਾ ਹੈ। ਜਾਏ ਸ਼ਰਵਨ ਦਰ ਬਿੰਦ ਲੁਭਾਨਾ, ਫਿਰ ਇਹ ਕੰਨਾਂ ਰਾਹੀਂ ਬਿੰਦ ਜਿਹੜਾ ਹੈ ਉਹ ਭਾਈ ਇਹਦਾ ਜਾਂਦਾ ਹੈ। ਮੁਖ ਤੇ ਤਰਨੀ ਰਸ ਕੀ ਬਾਤ, ਫਿਰ ਮੁਖ ਤੋਂ ਇਸਤਰੀ ਨੂੰ ਵਿਸ਼ੇ ਰਸ ਦੀਆਂ ਗੱਲਾਂ ਕਰਨੀਆਂ। ਹਿਤ ਸਿਉ ਲਾਏ ਕਹਿਤ ਏਵ ਜਾਤ, ਇਉਂ ਪ੍ਰੇਮ ਲਾ ਲਾ ਕੇ ਇਹੋ ਜਿਹੀਆਂ ਗੱਲਾਂ ਕਰਦਾ, ਉਦੋਂ ਭਾਈ ਰਸਨਾ ਰਾਹੀਂ ਜਾਂਦਾ ਹੈ। ਕਰਹਿ ਸਪਰਸ ਅੰਗਨਾ ਅੰਗਾ, ਤੇ ਆਪਣੇ ਸਰੀਰ ਨਾਲ ਅੰਗ ਨਾਲ ਸਪਰਸ਼ ਕਰ ਲਿਆ, ਫਿਰ ਵੀ ਤਹਿ ਬਿਦ ਜਾਵੇ ਬਿੰਦ ਨਿਸੰਗਾ। ਇਸ ਤਰ੍ਹਾਂ ਵੀ ਜਿਹੜਾ ਬਿੰਦ ਹੈ ਉਹ ਭਾਈ ਇਹਦਾ ਸਰੀਰ ਵਿੱਚੋਂ ਨਸ਼ਟ ਹੁੰਦਾ ਹੈ। ਦੋਹਰਾ ਅਸ਼ਟ ਵਿਧਨ ਕੋ ਭੋਗ ਹੈ, ਤਿਨ ਤੇ ਜੋ ਵਿਪਰੀਤ,
ਭਾਈ ਮਰਦਾਨਿਆ 8 ਤਰ੍ਹਾਂ ਦਾ ਹੈ ਜਿਹੜਾ ਕੋਈ ਵਿਸ਼ੇ ਭੋਗਦਾ ਹੈ ਇੰਦਰੀਆਂ ਰਾਹੀਂ। ਜਿਹੜਾ ਕੋਈ ਇਹਨਾਂ ਤੋਂ ਉਲਟ ਹੋ ਜਾਂਦਾ, ਭਾਵ ਇਹਨਾਂ ਇੰਦਰੀਆਂ ਕਰਕੇ ਸਭ ਰੋਕ ਲੈਂਦਾ ਹੈ। ਪੂਰਨ ਜਤੀ ਸੋ ਜਾਨੀਏ ਲੀਨ ਕਾਮ ਤਨ ਜੀਤ। ਉਹਨੂੰ ਪੂਰਨ ਜਤੀ ਜਾਣਿਆ ਜਾਂਦਾ ਜਿਹਨੇ ਕਾਮ ਜਿਹੜਾ ਵਿਸ਼ਾ ਹੈ ਉਸ ਨੂੰ ਜਿੱਤ ਲਿਆ ਹੈ। ਚੌਪਈ ਖਸ਼ਟ ਜਤੀ ਹੈ ਔਰ ਨ ਕੋਈ। ਇਸ ਤਰ੍ਹਾਂ ਭਾਈ ਮਰਦਾਨਿਆ ਹੁਣ ਤੱਕ 6 ਜਤੀ ਹੋਏ ਨੇ, ਹੋਰ ਨਹੀਂ ਕੋਈ ਹੋਇਆ। ਇੱਕ ਅਬ ਪ੍ਰਗਟ ਹੋਇਆ ਸਭ ਲੋਈ। ਇੱਕ ਹੁਣ ਸਾਰੇ ਜਗਤ ਵਿੱਚ ਪ੍ਰਗਟ ਹੈ। ਸੁਣ ਮਰਦਾਨੇ ਪਗ ਸਿਰ ਨਾਇਓ। ਇਹ ਸੁਣ ਕੇ ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖਿਆ। ਚੱਲੋ ਸਤਿਗੁਰੂ ਜਿਤ ਚਿਤ ਚਾਇਓ। ਕਹਿੰਦਾ ਮਹਾਰਾਜ ਚੱਲੋ ਹੁਣ ਜਿੱਥੇ ਤੁਹਾਡਾ ਚਿੱਤ ਚਾਹੁੰਦਾ ਹੈ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ। ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ ਪਹਿਲੇ ਮਹੱਲੇ ਦਾ ਇਹ ਸਿੱਧ ਮੰਡਲੀ ਪ੍ਰਸੰਗ ਵਰਣਨ। ਸਿੱਧਾਂ ਦੀ ਮੰਡਲੀ ਦਾ ਜੋ ਇਹ ਪ੍ਰਸੰਗ ਹੈ ਉਹ ਵਰਣਨ ਕੀਤਾ ਹੈ। ਨਾਮ 40ਵਾਂ ਮੰਦਰ ਹੈ। ਇਹ 40ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਅੱਗੇ 41ਵੇਂ ਘਰ ਦਾ ਪ੍ਰਸੰਗ ਦੇ ਰਹੇ ਨੇ ਤੇ ਮੰਗਲ ਕਰਦੇ ਹਨ। ਹਿਰਦੇ ਪਦਾਰਥ ਚਾਹੇ ਜੇ ਸਤਿਗੁਰ ਚਰਨ ਸਰੇਉ। ਸੰਤ ਰੇਣ ਜੀ ਕਹਿੰਦੇ ਭਾਈ ਕੋਈ ਆਪਣੇ ਹਿਰਦੇ ਵਿੱਚ ਮਨ ਵਿੱਚ ਜਿਹੜਾ ਵੀ ਕੋਈ ਪਦਾਰਥ ਚਾਹੁੰਦਾ ਹੈ ਚਾਹਨਾ ਹੈ ਤਾਂ ਫਿਰ ਗੁਰੂ ਨਾਨਕ ਦੇ ਪਾਤਸ਼ਾਹ ਦੇ ਚਰਨਾਂ ਨੂੰ ਸੇਵੇ। ਜੀਵਤ ਪਾਵਹੁ ਸਰਬ ਸੁਖ ਅੰਤ ਮੁਕਤ ਕੋ ਲੇਹੁ। ਇਹਦੇ ਨਾਲ ਹੋਵੇਗਾ ਕਿ ਜਿਉਂਦੇ ਜੀ ਸਾਰੇ ਸੁੱਖ ਮਿਲ ਜਾਂਦੇ ਆ ਤੇ ਅੰਤ ਨੂੰ ਭਾਈ ਉਸ ਜੀਵ ਦੀ ਮੁਕਤੀ ਹੋ ਜਾਂਦੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ। ਅਗਰਜ ਗਮਨੇ ਸ੍ਰੀ ਗੁਰੂ ਗਏ ਏਕ ਅਸਥਾਨ। ਹੁਣ ਇੱਥੋਂ ਅੱਗੇ ਗੁਰੂ ਨਾਨਕ ਦੇ ਪਾਤਸ਼ਾਹ ਚੱਲੇ ਐ ਔਰ ਇੱਕ ਸਥਾਨ ਤੇ ਪਹੁੰਚੇ। ਕਾਕ ਪਸੁੰਡ ਬੈਠੋ ਜਹਾਂ ਬਿਹੰਗਨ ਵਿਖੇ ਮਹਾਨ। ਜਿੱਥੇ ਕਾਕ ਪਸੁੰਡ ਬੈਠਾ ਹੈ ਉਹ ਭਾਵ ਰਿਸ਼ੀ ਮੰਨਿਆ, ਮੂੰਹ ਕਾਂ ਵਰਗਾ। ਤੇ ਐਸਾ ਕਾਕ ਪਸੁੰਡ ਰਿਸ਼ੀ ਬਹੁਤ ਇਹਦੀ ਲੰਮੀ ਉਮਰ ਹੋਈ ਹੈ ਕਿ ਬਿਹੰਗਨ ਵਿਖੇ ਮਹਾਨ। ਬਹੁਤ ਪੰਛੀਆਂ ਦੇ ਵਿੱਚ ਪੰਛੀਆਂ ਦਾ ਰਾਜਾ ਇਹ ਬੈਠਾ ਹੈ। ਚੌਪਈ ਬਿਹੰਗ ਹੈ ਅਨਗਨ ਜਹਿਵਾ। ਤੇ ਇਹਦੇ ਆਲੇ ਦੁਆਲੇ ਬਹੁਤ ਬਿਹੰਗ ਪੰਛੀ ਬੈਠੇ ਹਨ। ਕਥਾ ਬਖਾਨਤ ਸਭ ਮਹਿ ਤਹਿਵਾ। ਉਹ ਸਾਰਿਆਂ ਦੇ ਵਿੱਚ ਬੈਠਾ ਕਥਾ ਕਰਦਾ ਹੈ। ਭੋਗ ਕਥਾ ਕਾ ਪਾਇਆ ਸਭ ਹੀ। ਤੇ ਜਦੋਂ ਕਥਾ ਦੀ ਸਮਾਪਤੀ ਕੀਤੀ ਉਹਨੇ ਭੋਗ ਪਾਇਆ ਹੈ। ਸ਼ਬਦ ਰਬਾਬੀ ਗਾਇਆ ਤਬ ਹੀ। ਤਾਂ ਇਧਰੋਂ ਭਾਈ ਜਿਹੜਾ ਹੈ ਰਬਾਬ ਦੇ ਨਾਲ ਸ਼ਬਦ ਗਾਇਨ ਕੀਤੇ। ਤੇ ਉਸ ਸਮੇਂ ਭਾਈ ਮਰਦਾਨੇ ਨੂੰ ਸਤਿਗੁਰਾਂ ਕਿਹਾ, ਮਰਦਾਨਿਆ ਰਬਾਬ ਵਜਾ, ਹੁਣ ਬਾਣੀ ਆਈ ਹੈ। ਮਹਾਰਾਜ ਸ਼ਬਦ ਪੜ੍ਹਦੇ, ਭਾਈ ਮਰਦਾਨਾ ਗਾਇਨ ਕਰ ਰਿਹਾ, ਰਬਾਬ ਵਜਾ ਰਿਹਾ ਹੈ। ਸੁਣਤ ਪ੍ਰੇਮ ਮਹਿ ਨੈਣ ਮੁੰਦਾਏ। ਐਸੀ ਧੁਨ ਪੈਦਾ ਕੀਤੀ ਸਾਰ ਜਿਹਨੇ ਜੋ ਸੁਣਿਆ ਸਭ ਦੀਆਂ ਸਾਰੇ ਪੰਛੀ ਅੱਖਾਂ ਬੰਦ ਕਰਕੇ ਬਹਿ ਗਏ। ਕਛ ਚਿਰ ਗਾਏ ਭੋਗ ਤਬ ਪਾਏ। ਕੁਝ ਚਿਰ ਸ਼ਬਦ ਗਾਇਨ ਕੀਤਾ ਫਿਰ ਸਮਾਪਤੀ ਕੀਤੀ। ਲੋਚਨ ਕਾਕ ਪਸੁੰਡ ਉਘਾਰੇ। ਤਾਂ ਕਾਕ ਪਸੁੰਡ ਨੇ ਆਪਣੀਆਂ ਅੱਖਾਂ ਖੋਲੀਆਂ। ਮਦਰ ਮਿਰਦਲ ਮੁਖ ਬਚਨ ਚਾਰੇ। ਬਹੁਤ ਮਿੱਠੇ ਤੇ ਕੋਮਲ ਬਚਨ ਕਾਕ ਪਸੁੰਡ ਨੇ ਕਹੇ। ਕਹਿ ਕੋ ਇਹੋ ਸ਼ਬਦ ਤਹਿ ਗਾਵਾ। ਇਹ ਤੁਸੀਂ ਜਿਹੜਾ ਸ਼ਬਦ ਹੈ ਕੀ ਗਾਇਆ ਹੈ। ਮਹਾ ਮੋਹ ਬਨ ਕੋ ਜੋ ਦਾਵਾ। ਇਹ ਤਾਂ ਸ਼ਬਦ ਐਸਾ ਗਾਇਨ ਕੀਤਾ ਜਿਹੜਾ ਬਹੁਤ ਵੱਡੇ ਮੋਹ ਰੂਪੀ ਜੰਗਲ ਨੂੰ ਸਾੜਨ ਵਾਲਾ ਹੈ। ਸੁਨ ਮਰਦਾਨੇ ਬਚਨ ਬਖਾਨਾ।
ਸੁਣ ਕੇ ਭਾਈ ਮਰਦਾਨਾ ਜੀ ਨੇ ਬਚਨ ਕਹੇ, ਸ੍ਰੀ ਨਾਨਕ ਪ੍ਰਭ ਸਭ ਗੁਣ ਖਾਨਾ। ਇਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਪਰਮੇਸ਼ਰ ਸਰੂਪ ਸਾਰੇ ਗੁਣਾਂ ਦੀ ਖਾਨ। ਇਨ ਕੋ ਸ਼ਬਦ ਹੈ ਜੋ ਗਾਵਾ, ਇਹਨਾਂ ਦਾ ਇਹ ਸ਼ਬਦ ਹੈ ਜੋ ਗਾਇਨ ਕੀਤਾ ਹੈ। ਨਿਰੰਕਾਰ ਅਵਤਾਰ ਸੁਹਾਵਾ, ਇਹ ਨਿਰੰਕਾਰ ਦਾ ਸੋਹਣਾ ਸੁੰਦਰ ਅਵਤਾਰ ਸੁਭਾਏਮਾਨ ਹਨ। ਕਾਕ ਪਸੁੰਡ ਸੁਨਿਓ ਇਵ ਕਾਨਾ, ਹੁਣ ਉਹ ਏਡੇ ਵੱਡੇ ਰਿਸ਼ੀਆਂ ਨੂੰ ਤਾਂ ਪਤਾ ਹੀ ਹੈ ਨਾ। ਜਦੋਂ ਕਾਕ ਪਸੁੰਡ ਨੇ ਕੰਨੀ ਇਹ ਗੱਲ ਸੁਣੀ, ਤੂਰਨ ਆਏ ਚਰਨ ਲਪਟਾਨਾ, ਤੁਰੰਤ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਨੂੰ ਲਿਪਟ ਗਿਆ। ਇਹੋ ਸੁਧ ਮੋਕੋ ਹੁਤੀ ਅਗਾਰੀ, ਕਹਿੰਦੇ ਵੀ ਇਹ ਗੱਲ ਮੈਨੂੰ ਪਹਿਲਾਂ ਸੋਝੀ ਸੀ ਇਸ ਗੱਲ ਦੀ। ਪ੍ਰਗਟੈ ਗੁਰ ਕੋ ਕਾਲ ਮਝਾਰੀ, ਇਹ ਪਰਮੇਸ਼ਰ ਗੁਰੂ ਰੂਪ ਹੋ ਕੇ ਕਲਯੁਗ ਦੇ ਵਿੱਚ ਪ੍ਰਗਟ ਹੋਵੇਗਾ। ਜਾਓ ਬਿਲੋਕੋ ਰੂਪ ਕਿਰਪਾਲਾ, ਤੇ ਮਨ ਵਿੱਚ ਸੀ ਮੈਂ ਵੀ ਜਾ ਕੇ ਐਸੇ ਕਿਰਪਾਲੂ ਦਾ ਸਰੂਪ ਦਰਸ਼ਨ ਕਰਾਂ। ਯਹੀ ਚਾਹੇ ਥੀ ਹਿਰਦੈ ਵਿਸਾਲਾ, ਇਹ ਮੇਰੇ ਹਿਰਦੇ ਵਿੱਚ ਵੱਡੀ ਚਾਹਨਾ ਸੀ। ਦੈਵ ਜੋਗ ਤੇ ਆਏ ਸਮੀਪਾ, ਇਹ ਦੈਵ ਜੋਗ ਐਸੀ ਕਿਰਪਾ ਹੋਈ, ਦੇਵਨੇਤ ਆਪ ਹੀ ਮੇਰੇ ਕੋਲ ਆ ਗਏ। ਦੀਨ ਦਰਸ ਬੇਦੀ ਕੁਲ ਦੀਪਾ, ਇਹ ਬੇਦੀ ਕੁਲ ਦੀਪਕ ਸਤਿਗੁਰੂ ਜੀ ਜੋ ਦਰਸ਼ਨ ਦੇਣ ਵਾਸਤੇ। ਕੀਨ ਮਨੋਰਥ ਪੂਰਨ ਮੇਰਾ, ਮੇਰਾ ਇਹਨਾਂ ਨੇ ਮਨ ਦਾ ਮਨੋਰਥ ਪੂਰਾ ਕਰ ਦਿੱਤਾ। ਲੋਚਨ ਸੰਗ ਰੂਪ ਤਬ ਹੇਰਾ, ਤਿਉ ਅੱਖਾਂ ਨਾਲ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਰੂਪ ਦਰਸ਼ਨ ਕੀਤੇ ਸਰੂਪ ਦੇ। ਕਲੀ ਕਾਲ ਮਤ ਮੰਦ ਬਿਮੂਢਾ, ਐਸਾ ਜਿਹੜਾ ਹੈ ਸਰੂਪ ਜਿਹੜਾ ਭਾਈ ਕਲੀ ਕਾਲ ਯੁਗ ਦੇ ਸਮੇਂ ਵਿੱਚ ਮਤ ਮੰਦ ਮਤ ਵਾਲੇ ਬਿਮੂਢਾ ਵੱਡੇ ਮੂਰਖ, ਧਰਮ ਭ੍ਰਸ਼ਟ ਤੇ ਮੋਹਿ ਅਰੂਢਾ, ਜਿਹੜੇ ਕੋਈ ਭਾਈਏ ਕਲਯੁਗ ਦੇ ਸਮੇਂ ਵਿੱਚ ਐਸੇ ਉਹਨਾਂ ਨੂੰ ਤਾਰਨ ਵਾਲੇ ਮੁਕਤੀ ਦੇਣ ਵਾਲੇ ਸਰੂਪ ਹੈ ਗੁਰੂ ਨਾਨਕ ਦੇਵ ਜੀ ਦਾ। ਜਿਹੜੇ ਕੋਈ ਧਰਮ ਤੋਂ ਭ੍ਰਸ਼ਟ ਨੇ, ਮੋਹ ਦੇ ਵਿੱਚ ਗੁੜਚ ਹੋਏ ਹਨ। ਤਿਨ ਕੋ ਦੇਨੇ ਹੇਤ ਸੋ ਪੰਥਾ, ਉਹਨਾਂ ਨੂੰ ਭਾਈ ਪਰਮੇਸ਼ਰ ਦਾ ਇਹ ਮਾਰਗ ਮੁਕਤੀ ਪੰਥ ਦੇਣ ਵਾਸਤੇ। ਜੀਵਨ ਹਿਰਦੇ ਮੁਕਤ ਕੀ ਗ੍ਰੰਥਾ, ਤੇ ਇਹ ਇਸ ਜੀਵਨ ਵਿੱਚ ਹਿਰਦੇ ਵਿੱਚ ਮੁਕਤ ਦੀ ਜਿਹੜੀ ਮੁਕਤੀ ਦੀ ਗ੍ਰੰਥਾ ਗੰਢ ਹੈ ਉਹ ਮਹਾਰਾਜ ਨੇ ਖੋਲੀ ਹੈ, ਭਾ ਮੁਕਤ ਕਰਨ ਵਾਸਤੇ ਆਏ। ਧਰ ਪਰ ਨਰ ਸਰੀਰ ਕੋ ਧਾਰਾ, ਤੇ ਧਰਤੀ ਦੇ ਉੱਤੇ ਮਨੁੱਖਾ ਸਰੀਰ ਧਾਰਿਆ। ਤੀਨ ਲੋਕ ਕੇ ਤੁਮ ਆਧਾਰਾ, ਕਹਿੰਦਾ ਮਹਾਰਾਜ ਤੁਸੀਂ ਤਿੰਨਾਂ ਲੋਕਾਂ ਦੇ ਆਧਾਰ ਹੋ, ਆਸਰਾ ਰੂਪ ਹੋ। ਆਏ ਜੇ ਰਾਵਰ ਚਰਨਨ ਸਰਨਾ, ਜਿਹੜਾ ਕੋਈ ਮਹਾਰਾਜ ਤੁਹਾਡੀ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਕਿਉਂ ਨਾ ਤਰੈ ਜਗ ਜਨਮ ਮੋਹ ਮਰਨਾ, ਉਹ ਜਗਤ ਵਿੱਚ ਜਨਮ ਮਰਨ ਤੋਂ ਭਲਾ ਕਿਵੇਂ ਨਹੀਂ ਤਰੂਗਾ, ਉਹਦਾ ਤਾਂ ਤਰਨਾ ਹੋਵੇਗਾ। ਕਰਹਿ ਬਚਨ ਤੁਮਰੇ ਜੋ ਆਵਨ, ਜੋ ਮਹਾਰਾਜ ਜੀ ਜਿਹੜਾ ਤੁਹਾਡੇ ਕੋਲਾਂ ਤੁਹਾਨੂੰ ਬਚਨ ਕਰਦਾ, ਕਰਹਿ ਬਚਨ ਤੁਮਰੇ, ਜਿਹੜਾ ਕੋਈ ਤੁਹਾਡੀ ਬਾਣੀ ਪੜ੍ਹਦਾ ਹੈ। ਸੇ ਨਰ ਦੇਹ ਕਰੈ ਹੈ ਪਾਵਨ, ਉਹ ਪ੍ਰਾਣੀ ਆਪਣੀ ਦੇਹੀ ਨੂੰ ਪਵਿੱਤਰ ਕਰ ਲੈਂਦਾ ਹੈ। ਜਿਸ ਮਹਿ ਸ਼ਕਤ ਗਿਆਨ ਕੀ ਰਾਖੀ, ਜਿਹਦੇ ਵਿੱਚ ਗਿਆਨ ਦੀ ਸ਼ਕਤੀ ਰੱਖੀ ਤੁਸੀਂ ਬਾਣੀ ਵਿੱਚ ਸ਼ਬਦਾਂ ਵਿੱਚ। ਤਹਿ ਪੜ੍ਹ ਕਿਉਂ ਨਾ ਹੋਏ ਗਤ ਕਾਂਖੀ, ਉਸ ਵੇ ਤੁਹਾਡੀ ਬਾਣੀ ਨੂੰ ਪੜ੍ਹ ਕੇ ਭਲਾ ਕਿਵੇਂ ਨਹੀਂ ਕਿਸੇ ਦੀ ਗਤੀ ਹੋਵੇਗੀ, ਮੁਕਤੀ ਹੋਵੇਗੀ। ਦੋਹਰਾ ਸ੍ਰੀ ਨਾਨਕ ਬੋਲੇ ਤਬ ਹੈ ਸਭ ਗੁਣ ਮਹਿ ਪ੍ਰਧਾਨ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਵੀ ਸਾਰੇ ਗੁਣਾਂ ਦੇ ਵਿੱਚ ਜੋ ਪ੍ਰਧਾਨ ਹਨ। ਭਗਤ ਨਿਰੰਤਰ ਕਰਤ ਹੋ ਸਰੋਤਰ ਵਿਖੈ ਮਹਾਨ, ਮਹਾਰਾਜ ਕਹਿੰਦੇ ਆ ਕਾਕ ਪਸੁੰਡ ਤੂੰ ਵੀ ਬਹੁਤ ਗੁਣਵਾਨ ਹੈ ਭਾਈ, ਲਗਾਤਾਰ ਭਗਤੀ ਕਰ ਰਿਹਾ, ਸਾਰੇ ਸਰੋਤਿਆਂ ਵਿੱਚ ਮਹਾਨ ਹੈ।
ਚੌਪਈ ਸਰੋਤਾ ਜਗ ਮਹਿ ਪੰਚ ਪ੍ਰਕਾਰਾ। ਜਿਹੜੇ ਸਰੋਤੇ ਨੇ ਜਗਤ ਦੇ ਵਿੱਚ ਉਹ 5 ਪ੍ਰਕਾਰ ਦੇ ਹਨ। ਸੋ ਹਉ ਤੁਮ ਸੋ ਕਰੋ ਉਚਾਰਾ। ਉਹ ਭਾਈ ਤੈਨੂੰ ਅਸੀਂ ਦੱਸ ਰਹੇ ਹਾਂ। ਰਾਗ ਰਾਗਨੀ ਸਮਝੈ ਏਕਾ। ਇੱਕ ਤਾਂ ਉਹ ਸਰੋਤਾ ਹੁੰਦਾ ਜਿਹੜਾ ਰਾਗ ਰਾਗਣੀਆਂ ਦੀ ਸਮਝ ਰੱਖਦਾ ਹੈ, ਕਿਹੜਾ ਰਾਗ ਗਾਇਆ ਜਾ ਰਿਹਾ ਹੈ, ਕਿਹੜੀ ਰਾਗਣੀ ਗਾਈ ਜਾਂਦੀ ਹੈ। ਦੂਜੇ ਸੁਰ ਕੋ ਲਖੈ ਵਿਵੇਕਾ। ਤੇ ਦੂਜੇ ਉਹ ਨੇ ਸਰੋਤੇ ਹਨ ਜਿਹੜੇ ਸੁਰ ਗਿਆਨ ਜਿਹੜੇ ਆ ਉਹ ਰੱਖਦੇ ਨੇ। ਵਿਵੇਕਾ ਕੀਏ ਸੁਰਾਂ ਦਾ ਗਿਆਨ ਜਾਣਦੇ ਹਨ। ਤੀਜੇ ਤਾਲ ਸੁਨੈ ਹਿੱਤ ਦੇ। ਤੀਜੇ ਉਹ ਨੇ ਸਰੋਤੇ ਜਿਹੜੇ ਸੁਣਦੇ ਆ ਵੀ ਹਾਂ ਤਾਲ ਕਿਹੋ ਜੀ ਜੋੜੀ ਕਿਵੇਂ ਵੱਜਦੀ ਹੈ, ਇਹ ਜਾਂ ਢੋਲਕ ਦੀ ਤਾਲ। ਚਤਰਤ ਬਾਦਤ ਤੇ ਰਸ ਲੈ। ਚੌਥੇ ਉਹ ਨੇ ਜਿਹੜਾ ਮੁੱਖ ਸਾਜ਼ ਵੱਜ ਰਿਹਾ ਉਹ ਕਿਵੇਂ ਵੱਜਦਾ ਉਹਦਾ ਰਸ ਲੈਂਦੇ ਵੀ ਵਾਹ ਜੀ ਬੜੀ ਸੋਹਣੀ ਟੂਨ ਹੈ। ਇਸ ਤਰ੍ਹਾਂ ਦੇ ਸਰੋਤੇ। ਪੰਚਮ ਸ਼ਬਦ ਅਰਥ ਕੋ ਚੀਨਾ। ਹੁਣ ਇਹ ਤਾਂ ਹੈਗੇ ਥੱਲੇ ਸਰੋਤੇ। ਪੰਜਵਾਂ ਉਹ ਹੈ ਜਿਹੜਾ ਜੋ ਸ਼ਬਦ ਗਾਇਨ ਕੀਤਾ ਜਾ ਰਿਹਾ ਉਹਦੇ ਅਰਥਾਂ ਦੀ ਵਿਚਾਰ ਕਰਦਾ ਹੈ ਕਿ ਮੈਨੂੰ ਉਪਦੇਸ਼ ਕੀ ਦਿੱਤਾ ਜਾ ਰਿਹਾ ਹੈ। ਤਾਤ ਪਰਜ ਸਮਝਤ ਪ੍ਰਬੀਨਾ। ਇਹਦਾ ਤਾਤ ਪਰਜ ਕੀ ਹੈ, ਮੁੱਖ ਸਿਧਾਂਤ ਕੀ ਹੈ, ਉਹ ਸਿਆਣਾ ਹੋ ਕਰਕੇ ਸਮਝਦਾ ਹੈ, ਐਸਾ ਸਰੋਤਾ ਹੈ। ਸੋ ਸਭ ਹਨ ਤੇ ਲਖੋ ਮਹਾਨਾ। ਇਉਂ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਨੂੰ ਸਮਝਣ ਵਾਲਾ ਵਿਚਾਰਨ ਵਾਲਾ ਉਹ ਭਾਈ ਸਾਰਿਆਂ ਨਾਲੋਂ ਮਹਾਨ ਸਰੋਤਾ ਹੈ। ਅਰਥ ਸਮਝ ਕੇ ਗੁਣ ਤੋ ਸੁਜਾਨਾ। ਜਿਹੜਾ ਅਰਥ ਨੂੰ ਸਮਝ ਕਰਕੇ ਫਿਰ ਭਾਈ ਸੁਜਾਣਾ ਬਹੁਤ ਸਿਆਣਾ ਹੋ ਕੇ ਵਿਚਾਰ ਕਰਦਾ ਹੈ। ਅਰਥ ਵਿਚਾਰ ਹੈ ਜੋ ਹਿਤ ਲਾਏ। ਜਿਹੜਾ ਭਾਈ ਗੁਰਬਾਣੀ ਸ਼ਬਦਾਂ ਦੇ ਅਰਥ ਨੂੰ ਵਿਚਾਰਦਾ ਪ੍ਰੇਮ ਲਾ ਕਰਕੇ ਸੋ ਸੇ ਸਰੋਤਾ ਰਸ ਸੋ ਤ੍ਰਿਪਤਾਏ। ਉਹ ਜਿਹੜਾ ਸਰੋਤਾ ਹੈ ਉਹ ਰਸ ਨਾਲ ਤ੍ਰਿਪਤ ਹੋ ਜਾਂਦਾ ਹੈ। ਔਰ ਜੇ ਸਰੋਤਾ 4 ਪ੍ਰਕਾਰੀ। ਤੇ ਉਦੋਂ ਪਹਿਲਾਂ ਵਾਲੇ ਜਿਹੜੇ ਬਾਕੀ 4 ਤਰ੍ਹਾਂ ਦੇ ਸਰੋਤੇ ਹਨ। ਛੀਲ ਸੁਖਾਨ ਵਿਖੈ ਹਿਤ ਧਾਰੀ। ਉਹ ਇਉਂ ਹੈ ਵੀ ਜਿਵੇਂ ਕਿਸੇ ਨੇ ਉੱਤੋਂ ਛਿੱਲੜ ਖਾ ਲਿਆ। ਉਹ ਕਹਿੰਦੇ ਵੀ ਜਾਣੋ ਸਿਰਫ ਛਿੱਲੜ ਖਾਣ ਦੇ ਵਿੱਚ ਹੀ ਪ੍ਰੇਮ ਧਾਰਿਆ ਹੋਇਆ ਹੈ। ਜਾਂ ਤੇ ਹੋ ਸਭ ਵਿਖੈ ਵਡੇਰੇ ਕਿ ਤੂੰ ਭਾਈ ਦੇ ਕਥਾ ਸੁਣਾਉਣਾ ਕਾਗ ਬਸੁੰਡ, ਇਸ ਕਰਕੇ ਤੂੰ ਸਾਰਿਆਂ ਨਾਲੋਂ ਵੱਡਾ ਹੈ। ਅਰਥ ਸਮਝ ਅਰਥ ਸੁਖ ਪਾਏ ਕਨੇਰੇ। ਜੋ ਤੂੰ ਸ਼ਬਦਾਂ ਦੇ ਅਰਥ ਨੂੰ ਸਮਝ ਕੇ ਮਹਾਨ ਸੁਖ ਪਾਇਆ। ਸਤ ਸੰਗਤ ਕੋ ਰਸ ਤੁਮ ਚੀਨੋ। ਇਹ ਜਿਹੜਾ ਸਤਸੰਗ ਦਾ ਰਸ ਹੈ ਇਹਨੂੰ ਤੂੰ ਜਾਣ ਕਰਕੇ ਚਿਰੰਜੀਵ ਵੱਡ ਪਦ ਕੋ ਲੀਨੋ। ਇਹ ਕਾਗ ਬਸੁੰਡ ਤੋਂ ਚਿਰੰਜੀਵੀ ਹੋਣ ਦਾ ਵੱਡਾ ਪਦ ਲੈ ਲਿਆ ਹੈ। ਕਰੀ ਪਰਸ ਪਰ ਦੋਹ ਦਿਸ ਬੰਧਨ। ਫਿਰ ਆਸਵੇ ਦੋਵੇਂ ਪਾਸੋਂ ਬੰਦਨਾ ਹੋਈ। ਅਗਰਜ ਗਮਨੇ ਦੋਖ ਨਿਕੰਦਨ। ਦੁੱਖਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਹੁਣ ਅੱਗੇ ਚੱਲੇ ਹਨ। ਜਿਹੇ ਠਾਂ ਦੱਤਾਤਰੀਏ ਸੁਜਾਨਾ। ਉੱਥੇ ਪਹੁੰਚੇ ਆ ਜਿੱਥੇ ਰਿਸ਼ੀ ਦੱਤਾਤਰੇ ਬਹੁਤ ਮਹਾਨ ਔਰ ਚੰਗਾ ਰਿਸ਼ੀ ਹੋਇਆ ਗੁਰਮੁਖੋ। ਹੁਣ ਤਾਂ ਇਹ ਕਥਾ ਹੀ ਸੁਣਾਉਣੋਂ ਹਟ ਗਏ। ਪਹਿਲਾਂ ਸਤਪੁਰਸ਼ ਗੁਰਮੁਖ ਇਹੋ ਜਿਹੀਆਂ ਕਥਾ ਦੱਤਾਤਰੇ ਦੀਆਂ ਉਹ ਸੁਣਾਉਂਦੇ ਹੁੰਦੇ ਸੀ। ਹੁਣ ਤਾਂ ਕੰਟਰੋਵਰਸੀ ਇੰਨੀ ਹੋ ਗਈ ਵੀ ਹੁਣ ਕੋਈ ਪ੍ਰਚਾਰਕ ਆ ਨਵੇਂ ਇਹ ਤਾਂ ਕੋਈ ਸੁਣਾਉਂਦਾ ਹੀ ਨਹੀਂ ਹੈ। ਦੱਤਾਤਰੇ ਰਿਸ਼ੀ ਪਹਿਲਾਂ ਇਹਨਾਂ ਕਥਾ ਕਹਾਣੀਆਂ ਨਾਲ ਬਹੁਤ ਅੰਦਰ ਭਾਵਨਾ ਵੱਜਣੀ ਤੇ ਹੁਣ ਤਾਂ ਸੁਣਾਓ ਉਦੋਂ ਹੀ ਇਹ ਤਾਂ ਹਿੰਦੂਆਂ ਦੀਆਂ ਕਹਾਣੀਆਂ ਸੁਣਾਈ ਜਾਂਦੇ ਵੀ ਉਹ ਰਿਸ਼ੀ ਮੁਨੀ ਹੋਏ ਆ ਬੰਦਗੀ ਕਰਕੇ ਭਾਈ, ਤੇ ਤੂੰ ਕਰ ਲਾ ਬੰਦਗੀ ਰੱਬ ਨੂੰ ਮਿਲ ਤੇਰੇ ਵੀ ਸੁਣਾ ਦਿਆ ਕਰਾਂਗੇ। ਇਹ ਹੁਣ ਐਸਾ ਹੋ ਗਿਆ ਕਿਸੇ ਬੰਦਗੀ ਵਾਲੇ ਗੁਰਮੁਖ ਕਿਸੇ ਸਤ ਮਹਾਂਪੁਰਸ਼ ਦੀ ਗੱਲ ਕਰ ਲੋ ਤਾਂ ਜੀ ਗੁਰੂ ਦੀ ਗੱਲ ਕਰੋ ਇਹ ਹੋਰ ਇਹ ਤਾਂ ਪਖੰਡੀਆਂ ਨਹੀਂ। ਹੁਣ ਉਹ ਮੋਹਰ ਲਾਤੀ ਵੀ ਗੁਰੂ ਮਹਾਰਾਜ ਤੋਂ ਬਿਨਾਂ ਕਹਿੰਦੇ ਬਾਕੀ ਕੀ ਕੋਈ ਕਮਾਈ ਕਰਕੇ ਕੋਈ ਸੰਤ ਮਹਾਤਮਾ ਕਿੰਨੇ ਐਸੇ ਹੋਏ ਨੇ ਬੰਦਗੀ ਵਾਲੇ
ਇਹਦਾ ਮਤਲਬ ਫਿਰ ਕੋਈ ਉੱਚੀ ਅਵਸਥਾ ਤੇ ਪਹੁੰਚ ਨਹੀਂ ਸਕਦਾ, ਤੇ ਉਹਨਾਂ ਦੀਆਂ ਗੱਲਾਂ ਕੀਤੀਆਂ ਜਾਣਗੀਆਂ। ਇਹ ਤਾਂ ਹੁਣ ਅੱਜ ਕੱਲ ਐਸਾ ਹੋ ਗਿਆ ਕਿ ਇੱਕ ਮੋਹਰ ਹੀ ਲਾਤੀ ਆ ਵਿੱਚ ਤਾਂ ਉਹ ਕਹਿੰਦੇ ਸੰਤ ਦਾ ਕੋਈ ਹੋ ਹੀ ਨਹੀਂ ਸਕਦਾ, ਤੇ ਫਿਰ ਇੱਥੇ ਕਰਨ ਕੀ ਆਏ ਆ? ਫਿਰ ਕਾਹਨੂੰ ਐਵੇਂ ਕਿੰਨਾ ਕੁ ਚੱਕਿਆ, ਕਥਾ ਬਾਣੀ ਪੜ੍ਹਦੇ ਆ, ਕੋਈ ਖੰਡ ਪਾਠ ਸਾਹਿਬ। ਜੇ ਸੰਤ ਹੀ ਨਹੀਂ ਕੋਈ ਹੋ ਸਕਦਾ ਫਿਰ ਹੋਰ ਕਰਨਾ, ਫਿਰ ਤਾਂ ਨਖਿੱਧ ਜੂਨਾਂ 'ਚ ਹੀ ਜਾਵਾਂਗੇ। ਗੁਰਮੁਖੋ ਆਏ ਹੀ ਆਪਾਂ ਸਾਰੇ ਸੰਤ ਹੋਣ ਵਾਸਤੇ ਆ। ਇੱਥੇ ਜਨਮ ਮਿਲਿਆ ਹੀ ਸਭ ਨੂੰ ਸੰਤ ਹੋਣ ਲਈ ਆ, ਉਹ ਵੱਖਰੀ ਗੱਲ ਹੈ। ਕੋਈ ਵਿਰਲਾ ਫਿਰ ਉਹ ਜਿਹੜਾ ਇਸ ਸਟੇਜ ਨੂੰ ਪਾ ਲੈਂਦਾ। ਜਿਵੇਂ ਕਿਸੇ ਰਸਤੇ ਤੁਰ ਪਏ, ਕੋਈ 4 ਕਦਮ ਤੁਰਿਆ, ਕੋਈ 10, ਕੋਈ ਕਿੰਨਾ, ਕੋਈ ਵੀ ਫਿਰ ਜਿਹੜੇ ਨੇ ਕਰਮਾਂ ਵਾਲੇ ਆ ਜਿਹਨਾਂ ਤੇ ਮਾਲਕ ਮਿਹਰ ਕਰਦਾ, ਉਹ ਗੁਰਮੁਖੋ ਮੰਜ਼ਿਲ ਤੇ ਪਹੁੰਚ ਜਾਂਦੇ। ਹੁਣ ਜਿਹੜਾ ਮੰਜ਼ਿਲ ਤੇ ਪਹੁੰਚ ਗਿਆ ਉਹਦੀ ਮਹਿਮਾ ਤਾਂ ਹੋ ਸਕਦੀ ਹੈ, ਉਹਦੇ ਜੀਵਨ ਦੇ ਪ੍ਰਸੰਗ ਵੀ ਸੁਣਾਏ ਜਾ ਸਕਦੇ ਆ। ਪਰ ਹੁਣ ਤਾਂ ਕਿੰਤੂ ਪਰੰਤੂ ਆ, ਉਹ ਜਿੰਨਾ ਮਰਜ਼ੀ ਕਰਾ ਲਓ। ਤੇ ਅੱਗੇ ਦੱਤਾਤਰੇय ਬਹੁਤ ਸਿਆਣਾ ਰਿਸ਼ੀ ਹੋਇਆ ਹੈ। ਹਾਥ ਆਮ ਲਕ ਆਤਮ ਗਿਆਨਾ, ਇਹਨੂੰ ਆਤਮਕ ਬ੍ਰਹਮ ਗਿਆਨ ਇਉਂ ਸੀ ਦੱਤਾਤਰੇय ਨੂੰ ਪ੍ਰਤੱਖ, ਜਿਵੇਂ ਹੱਥ ਤੇ ਔਲਾ ਪਿਆ ਪ੍ਰਤੱਖ ਦੀਂਦਾ। ਜਿਨ ਕੀਨੋ ਹੈ ਮਗ ਸੰਨਿਆਸਾ, ਜਿਨੇ ਭਾਈ ਸੰਨਿਆਸ ਦਾ ਮਾਰਗ ਕੀਤਾ। ਭਾਵ ਬਿਰਗਤ ਬਹੁ ਫਿਰਿਓ ਉਦਾਸਾ, ਬਿਰਗਤ ਹੋ ਕੇ ਤਿਆਗੀ, ਬਿਰਾਗੀ ਹੋ ਕੇ, ਉਦਾਸ ਹੋ ਕੇ ਬਹੁਤ ਇਧਰ ਉਧਰ ਫਿਰਿਆ। ਤਹਿ ਕੋ ਨਿਕਟ ਜਾਏ ਤੇ ਠਾਂਡੇ, ਉਸ ਦੇ ਕੋਲ ਜਾ ਕਰਕੇ ਖੜ ਗਏ। ਸੋ ਪੌੜਿਓ ਔਰ ਆਨੰਦ ਬਾਢੇ, ਤੇ ਉਹ ਪੂਰੇ ਆਨੰਦ ਵਿੱਚ ਆਨੰਦ ਵਧਾ ਕੇ ਪਿਆ ਹੈ ਲੰਮਾ ਦੱਤਾਤਰੇय ਰਿਸ਼ੀ। ਕਹਿ ਮਰਦਾਨਾ ਇਸੈ ਬੁਲੀਜੈ, ਇਉਂ ਮਰਦਾਨਾ ਕਹਿੰਦਾ ਜੀ, ਭਾਈ ਮਰਦਾਨੇ ਨੂੰ ਕਿਹਾ ਵੀ ਇਹਨੂੰ ਬੁਲਾ। ਬਹੁਰੋ ਆਪਣੋ ਗਿਆਨ ਪਨੀਜੈ, ਭਾਈ ਮਰਦਾਨਾ ਕਹਿੰਦਾ ਮਹਾਰਾਜ ਇਹਨੂੰ ਬੁਲਾਓ, ਇਹਨੂੰ ਫੇਰ ਤੁਸੀਂ ਆਪਣਾ ਕਿਰਪਾ ਕਰਕੇ ਗਿਆਨ ਬਖਸ਼ਿਸ਼ ਕਰੋ। ਦੋਹਰਾ ਕਹਿ ਗੁਰੂ ਨਾਨਕ ਦਤ ਜੀ, ਉਠੋ ਦੇਹੋ ਦਿਦਾਰ। ਕਿਉਂਕਿ ਜਦੋਂ ਭਾਈ ਮਰਦਾਨੇ ਨੇ ਪੁੱਛਿਆ ਮਹਾਰਾਜ ਇਹ ਕੌਣ ਹੈ, ਮਹਾਰਾਜ ਕਹਿੰਦੇ ਦੱਤਾਤਰੇय ਰਿਸ਼ੀ ਹੈ। ਭਾਈ ਮਰਦਾਨਾ ਕਹਿੰਦਾ ਮਹਾਰਾਜ ਠਾਓ ਫਿਰ ਇਹਨੂੰ ਵੀ, ਕੋਈ ਹੋਏ ਰੱਬ ਘਰ ਦੀ ਗੱਲ। ਕਹਿ ਗੁਰੂ ਨਾਨਕ ਦਤ ਜੀ, ਉਠੋ ਦੇਹੋ ਦਿਦਾਰ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਆ ਦੱਤਾਤਰੇय ਰਿਸ਼ੀ ਉੱਠ ਭਾਈ ਦਰਸ਼ਨ ਦੇ। ਸਰੋਨ ਬਚਨ ਸੁਨ ਕੇ ਉਠਿਓ, ਸਿਰ ਗੁਰ ਚਰਨਨ ਧਾਰ। ਜਦੋਂ ਉਹਦੇ ਕੰਨੀ ਇਹ ਬਚਨ ਪਏ ਗੁਰੂ ਨਾਨਕ ਦੇਵ ਜੀ ਦੇ, ਦੱਤਾਤਰੇय ਰਿਸ਼ੀ ਉੱਠ ਖੜਿਆ। ਦੇਖਿਆ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ, ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਦੱਤਾਤਰੇय ਰਿਸ਼ੀ ਨੇ ਸਿਰ ਰੱਖ ਦਿੱਤਾ। ਚੌਪਈ ਗਿਆਨ ਬਚਨ ਮਿਲ ਆਪ ਸਮਾਹੀ। ਫਿਰ ਭਾਈ ਆਪਸ ਦੇ ਵਿੱਚ ਗਿਆਨ ਦੇ ਬਚਨ ਹੋਏ। ਹਰਖਤ ਭੇ ਦੁਖ ਦੋਹ ਦਿਸ ਸੁਖ ਪਾਹੀ, ਬਹੁਤ ਪ੍ਰਸੰਨ ਹੋਏ, ਦੋਹੀਂ ਪਾਸੇ ਸੁਖ ਪਾਇਆ, ਆਨੰਦ ਖੁਸ਼ ਹੋਏ। ਕੇਤਕ ਕਾਲ ਬੈਠ ਤਹਿ ਪਾਸਾ, ਕੁਝ ਕੁ ਸਮਾਂ ਦੱਤਾਤਰੇय ਰਿਸ਼ੀ ਕੋਲੇ ਬੈਠ ਕੇ ਚੱਲਣ ਤਿਆਰ ਭਏ ਸੁਖ ਰਾਸਾ। ਸੁੱਖਾਂ ਦੀ ਰਾਸ ਸਤਿਗੁਰੂ ਜੀ ਹੁਣ ਉੱਥੋਂ ਵੀ ਅੱਗੇ ਚੱਲਣ ਲਈ ਤਿਆਰ ਹੋਏ। ਦੱਤ ਕਰੀ ਬੰਧਨ ਪਦ ਮਾਹੀ, ਦੱਤਾਤਰੇय ਨੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ। ਤਬ ਹੀ ਅਗਰਜ ਚੱਲੇ ਗੁਸਾਹੀ, ਤਦ ਫਿਰ ਮਾਲਕ ਸਤਿਗੁਰੂ ਜੀ ਅੱਗੇ ਚੱਲ ਪਏ। ਚਲਤ ਚਲਤ ਬਹੁ ਊਰਦ ਜਾਹੀ, ਚਲਦਿਆਂ ਚਲਦਿਆਂ ਭਾਈ ਬਹੁਤ ਊਰਦ ਕਈ ਉੱਚੇ ਚਲੇ ਗਏ। ਚੰਦ ਸੂਰ ਨੀਚੇ ਦਰਸਾਹੀ, ਤੇ ਉੱਥੇ ਚਲੇ ਗਏ ਮਹਾਰਾਜ। ਚੰਦਰਮਾ ਮਹਾਰਾਜ ਕਹਿੰਦੇ ਥੱਲੇ ਨੂੰ ਨਿਗਾਹ ਮਾਰ, ਚੰਦ ਤੇ ਸੂਰਜ ਵੀ ਨੀਵੇਂ ਦੀਂਦੇ ਆ। ਭਗਤ ਪ੍ਰਹਿਲਾਦ ਬੈਠ ਥੋ ਜਹਿਵਾ, ਉਸ ਜਗ੍ਹਾ ਚਲੇ ਗਏ ਜਿੱਥੇ ਭਗਤ ਪ੍ਰਹਿਲਾਦ ਬੈਠੇ ਹਨ। ਚੱਲ ਸ੍ਰੀ ਨਾਨਕ ਪਹੁੰਚੇ ਤਹਿਵਾ, ਸ੍ਰੀ ਗੁਰੂ ਨਾਨਕ ਦੇ ਮਹਾਰਾਜ ਚੱਲ ਕੇ ਉੱਥੇ ਪਹੁੰਚੇ। ਸ੍ਰੀ ਕਰਤਾਰੰ ਸ੍ਰੀ ਕਰਤਾਰਾ, ਤੋ ਸਤ ਕਰਤਾਰ ਦਾ ਉੱਚੀ ਧੁਨ ਸੋ ਕੀਨ ਉਚਾਰਾ, ਉੱਚੀ ਆਵਾਜ਼ ਨਾਲ ਉਚਾਰਨ ਕੀਤਾ। ਛੁੱਟਿਓ ਧਿਆਨ ਜਬ ਪ੍ਰਭ ਕੋ ਦੇਖਾ,
ਤਾਂ ਫਿਰ ਪ੍ਰਹਿਲਾਦ ਭਗਤ ਦਾ ਧਿਆਨ ਛੁੱਟਿਆ। ਜਦੋਂ ਪਰਮੇਸ਼ਰ ਸਤਿਗੁਰੂ ਨੂੰ ਵੇਖਿਆ, ਮਨ ਮਹਿ ਬਿਸਮਤ ਭਇਓ ਬਸੇਖਾ। ਮਨ ਦੇ ਵਿੱਚ ਵਿਸ਼ੇਸ਼ ਕਰਕੇ ਬਹੁਤ ਹੈਰਾਨ ਹੋਇਆ। ਬੂਝਿਓ ਕੌਣ ਕਹਾਂ ਤੇ ਆਏ। ਤੇ ਉਹ ਹੈਰਾਨ ਇਹ ਹੋਇਆ, ਇੱਥੇ ਤਾਂ ਕੋਈ ਏਡੀ ਦੂਰ ਆਉਂਦਾ ਨਹੀਂ। ਪੁੱਛਿਆ, ਕੌਣ ਤੁਸੀਂ, ਕਿੱਥੋਂ ਆਏ ਹੋ? ਇਹ ਥਾਂ ਤੁਮ ਕੋ ਕੌਣ ਲਿਆਏ। ਇਸ ਜਗ੍ਹਾ ਤੇ ਤੁਹਾਨੂੰ ਕੌਣ ਲੈ ਕੇ ਆਇਆ ਹੈ? ਨਰ ਕੀ ਨਹੀਂ ਗਮ ਤਾਈ ਹਾਂ। ਇੱਥੇ ਕਿਸੇ ਪੁਰਸ਼ ਦੀ ਤਾਂ ਪਹੁੰਚ ਨਹੀਂ ਹੈ। ਆਗੇ ਜਾਵਨ ਕਹਿਠਾ ਪ੍ਰੀਹਾ। ਅੱਗੇ ਫਿਰ ਤੁਸੀਂ ਦੱਸੋ ਵੀ ਕਿਹੜੀ ਥਾਂ ਇੱਛਾ ਸਹਿਤ ਜਾਣਾ ਹੈ। ਅਸ ਪ੍ਰਕਾਰ ਕੇ ਸੁਨ ਕਰ ਬੈਨਾ। ਇਸ ਤਰ੍ਹਾਂ ਦੇ ਬਚਨ ਸੁਣ ਕੇ ਤਿਹ ਸੋ ਬੋਲੇ ਪੰਕਜ ਨੈਨਾ। ਪੰਕਜ ਕਮਲ ਨੇਤਰ ਵਾਲੇ ਸਤਿਗੁਰੂ ਜੀ ਕਹਿਣ ਲੱਗੇ ਪ੍ਰਹਿਲਾਦ ਨੂੰ, ਸਿਮਰਿਓ ਨਾਮ ਜੋ ਤੁਮ ਵਿਦ ਨੀਕੀ। ਕਿ ਪ੍ਰਹਿਲਾਦ, ਜੋ ਤੂੰ ਭਾਈ ਚੰਗੀ ਤਰ੍ਹਾਂ ਪਰਮੇਸ਼ਰ ਦਾ ਨਾਮ ਸਿਮਰਿਆ, ਸਰਦਾ ਧਰੀ ਅਦਕ ਨਿਜ ਜੀ ਕੀ। ਤੇ ਆਪਣੇ ਅੰਤਰਾਤਮੇ ਅੰਦਰ ਬਹੁਤ ਤੂੰ ਸ਼ਰਧਾ ਧਾਰਨ ਕੀਤੀ। ਨਿਸ ਬਾਸੁਰ ਭੈ ਸਰਬ ਨਿਵਾਰਾ। ਦਿਨ ਰਾਤ ਭੈ ਤਿਆਦਿਕ ਸਾਰਾ ਦੂਰ ਕਰ ਲਿਆ। ਸ੍ਰੀ ਪ੍ਰਭ ਨਾਮਹਿ ਕੀਨ ਉਚਾਰਾ। ਤੇ ਸ੍ਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਉਚਾਰਨ ਕੀਤਾ। ਰੱਖਿਆ ਕਰੀ ਤੋਹੇ ਜਨ ਭੂਰੀ। ਜਿਸ ਵਾਹਿਗੁਰੂ ਨੇ ਦੇਖ ਤੇਰੀ ਕਿੱਡੀ ਰੱਖਿਆ ਕੀਤੀ ਨਰਸਿੰਘ ਤੋਂ, ਆ ਨਰਸਿੰਘ ਰੂਪ ਹੋ ਕੇ ਹਰਨਾਕਸ਼ ਤੇਰੇ ਬਾਪ ਤੋਂ। ਦੋਖੀ ਮਾਰ ਬਿਦਾਰੇ ਦੂਰੀ। ਤੇਰੇ ਦੋਖੀ ਮਾਰ ਕੇ ਪਰਮੇਸ਼ਰ ਨੇ ਦੂਰ ਕੀਤੇ। ਹਮ ਭੀ ਉਸ ਹੀ ਸਤ ਨਾਮ ਕੇ। ਇਹ ਨਹੀਂ ਕਿ ਮੈਂ ਤਾਂ ਪਰਮੇਸ਼ਰ ਹਾਂ। ਮਹਾਰਾਜ ਕਹਿੰਦੇ, ਪ੍ਰਹਿਲਾਦ, ਅਸੀਂ ਵੀ ਉਸ ਸੱਚੇ ਪਰਮੇਸ਼ਰ ਦੇ ਨਾਮ ਦੇ ਹੀ ਗੁਣ ਸਿਮਰ ਹੈ ਸਦ ਸੁਖ ਧਾਮ ਕੇ। ਉਹ ਸੁੱਖਾਂ ਦੇ ਧਾਮ ਪਰਮੇਸ਼ਰ ਦੇ ਗੁਣਾਂ ਨੂੰ ਸਿਮਰਨ ਵਾਲੇ ਹਾਂ। ਤਹਿ ਕੀ ਸ਼ਕਤ ਧਰੈ ਨਿਜ ਪਾਹੂ। ਉਸੇ ਦੀ ਸ਼ਕਤੀ ਨੂੰ ਕੋਲ ਧਾਰ ਕੇ ਆਏ ਸੰਤਨ ਦਰਸ਼ਨ ਚਾਹੂ। ਅਸੀਂ ਤਾਂ ਸੰਤ ਪੁਰਸ਼ਾਂ ਦੇ ਦਰਸ਼ਨਾਂ ਦੀ ਚਾਹਨਾ ਲੈ ਕੇ ਆਏ। ਸੁਨਤ ਪ੍ਰਹਿਲਾਦੈ ਬਚਨ ਉਚਾਰਾ। ਤਾਂ ਇਹ ਸੁਣ ਕੇ ਪ੍ਰਹਿਲਾਦ ਭਗਤ ਨੇ ਬਚਨ ਕਹੇ, ਕੋ ਬਾਸਨ ਧੋਇਓ ਜਲ ਧਾਰਾ। ਕਹਿਣ ਲੱਗਿਆ, ਜੀ ਕਿਹੜਾ ਭਾਂਡਾ ਜਿਹੜਾ ਹੈ ਜਲ ਦੀ ਧਾਰਾ ਨਾਲ, ਕਿਹੜਾ ਭਾਂਡਾ ਧੋਤਾ ਹੈ। ਕਾ ਕੋ ਦੂਧ ਚੋਏ ਕਰ ਲੀਨੋ। ਫਿਰ ਕਿਹੜਾ ਦੁੱਧ ਚੋ ਕੇ ਉਹਦੇ ਵਿੱਚ ਪਾਇਆ। ਕੌਣ ਤਾਵ ਸੋ ਤਾਵਨ ਕੀਨੋ। ਕਿਹੜੇ ਤਾਵ ਨਾਲ, ਤਪਸ਼ ਨਾਲ ਉਹਨੂੰ ਤੁਸੀਂ ਤਾਵਨ ਤਪਤ ਕੀਤਾ, ਭਾਵ ਜਿਵੇਂ ਦੁੱਧ ਨੂੰ ਗਰਮ ਕਰਨਾ। ਕੌਣ ਸਮਾਂ ਇਨ ਤਾਂ ਮਹਿ ਪਾਇਆ। ਤੇ ਕਿਹੜਾ ਸਮਾਂ ਹੈ ਜਿਹਦੇ ਵਿੱਚ ਤੁਸੀਂ ਪ੍ਰਾਪਤ ਕੀਤਾ। ਕੌਣ ਥਾਨ ਦੁੱਧ ਰਾਖ ਜਮਾਇਆ। ਕਿਹੜੀ ਜਗ੍ਹਾ ਤੁਸੀਂ ਦੁੱਧ ਰੱਖ ਕੇ ਜਮਾਇਆ ਹੈ। ਕਿਸ ਵਿਧ ਮਥ ਕੈ ਕੱਢਿਓ ਮਾਖਣ। ਤੇ ਕਿਹੜੇ ਤਰੀਕੇ ਨਾਲ ਤੁਸੀਂ ਰਿੜ ਕੇ ਮੱਖਣ ਕੱਢਿਆ। ਸਵਾਲ ਕੀਤੇ, ਪੁਨ ਕੈਸੇ ਕੀਨੋ ਤੁਮ ਚਾਖਣ। ਫਿਰ ਉਹ ਮੱਖਣ ਨੂੰ ਤੁਸੀਂ ਚਖਣਾ ਛਕਣਾ ਕਿਵੇਂ ਕੀਤਾ। ਕਹੀਏ ਸਭ ਮੋਹ ਕੋ ਵਿਚਾਰਾ। ਕਿਰਪਾ ਕਰਕੇ ਮੈਨੂੰ ਸਾਰੀ ਵਿਚਾਰ ਦੱਸੋ। ਜਿਹ ਬਿਦ ਕੀਨੀ ਨੀਕੀ ਕਾਰਾ। ਜਿਹਦੇ ਨਾਲ ਤੁਸੀਂ ਸ਼ੁਭ ਕਾਰਜ ਕੀਤਾ ਹੈ। ਦੋਹਰਾ ਬੋਲੇ ਸ੍ਰੀ ਨਾਨਕ ਤਬੈ ਤਨ ਬਾਸਨ ਕੋ ਧੋਏ। ਸ੍ਰੀ ਗੁਰੂ ਨਾਨਕ ਦੇ ਅੰਤਰੀਵ ਭਾਵ ਦੀਆਂ ਗੱਲਾਂ ਨੇ। ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਪ੍ਰਹਿਲਾਦ ਭਗਤ, ਭਾਈਆ ਸਰੀਰ ਰੂਪੀ ਭਾਂਡੇ ਨੂੰ ਧੋ ਕੇ ਧੇਨ ਖਿਮਾ ਕੇ ਪਾਸ ਤੇ ਦੂਧ ਸੰਤੋਖੈ ਚੋਏ। ਇਹਦੇ ਵਿੱਚ ਖਿਮਾ ਧਾਰਨ ਕਰਨੀ ਇਹ ਗਊ ਹੈ। ਤੇ ਖਿਮਾ ਰੂਪੀ ਗਊ ਤੋਂ ਫਿਰ ਜਿਹੜਾ ਦੁੱਧ ਚੋਇਆ, ਭਾਵ ਸਰੀਰ 'ਚ ਸੰਤੋਖ ਧਾਰਨਾ, ਇਹ ਦੁੱਧ ਚੋਣਾ ਕੀਤਾ ਹੈ। ਚੌਪਈ ਤਪ ਤਾਪਨ ਕੋ ਤਾਵਨ ਤਾਇਆ। ਫਿਰ ਪਰਮੇਸ਼ਰ ਦੇ ਨਾਮ ਦਾ ਤਪ ਕਰਨਾ, ਸੇਵਾ, ਇਹ ਤਾਵਨ, ਇਹ ਦੁੱਧ ਨੂੰ ਗਰਮ ਕਰਨਾ ਹੈ। ਗੁਰ ਉਪਦੇਸ਼ ਸਮਾਇਨ ਪਾਇਆ।
ਸਮਾਂ ਕਿਹੜਾ ਸੀ, ਕਦੋਂ ਕਰਨਾ ਗੁਰੂ ਦੇ ਉਪਦੇਸ਼। ਇਹ ਹੋਣਾ ਕਿੱਥੇ ਹੈ? ਸਤਸੰਗ ਵਿੱਚ। ਇਹ ਗੁਰੂ ਉਪਦੇਸ਼ ਰੂਪੀ ਸਮਾਂ ਪਾਇਆ ਹੈ। ਸਤ ਸੰਗਤ ਮਹਿ ਭਲੋ ਸਥਾਨਾ। ਉਹਨੇ ਪੁੱਛਿਆ ਸੀ ਕਿਹੜੇ ਸਥਾਨ ਤੇ? ਮਹਾਰਾਜ ਕਹਿਣ ਲੱਗੇ ਪ੍ਰਹਿਲਾਦ ਭਗਤ ਜੋ ਸਤਸੰਗ ਹੈ ਨਾ, ਇਹ ਭਲਾ ਸਥਾਨ ਹੈ। ਰਾਖ ਜਮਾਇਓ ਤਹਾਂ ਸੁਜਾਨਾ। ਇੱਥੇ ਰੱਖ ਕੇ ਵਿਰਸ ਦੁੱਧ ਨੂੰ ਭਾਈ ਸਿਆਣਪ ਨਾਲ ਜਮਾਉਣਾ ਕੀਤਾ। ਮਨ ਵਿਚਾਰ ਕੀ ਮਥਨੀ ਕਰਕੇ। ਮਨ ਦੇ ਵਿੱਚ ਉਪਦੇਸ਼ ਨੂੰ ਵਿਚਾਰਨਾ, ਇਹ ਮਥਨੀ, ਇਹ ਮਧਾਣੀ ਬਣਾ ਕੇ। ਆਪ ਤਜਨ ਮਥਿਓ ਹਿਤ ਧਰ ਕੇ। ਆਪਾ ਭਾਵ ਨੂੰ ਦੂਰ ਕਰਨਾ, ਛੱਡਣਾ, ਇਹ ਪ੍ਰੇਮ ਧਾਰ ਕੇ ਰਿੜਕਣਾ ਕੀਤਾ। ਭਾਣਾ ਮੰਨਣ ਚਾਖ ਕਰ ਸਾਦਾ। ਤੇ ਪਰਮੇਸ਼ਰ ਦੇ ਭਾਣੇ ਨੂੰ ਮੰਨਣਾ, ਇਹ ਉਸ ਮੱਖਣ ਨੂੰ ਚਖਣਾ ਹੈ। ਇਸ ਚਖਣ ਰੂਪੀ ਸਵਾਦ ਲਿਆ। ਤ੍ਰਿਪਤ ਭਏ ਸ੍ਰੀ ਗੁਰੂ ਪ੍ਰਸਾਦਾ। ਇਉਂ ਗੁਰੂ ਦੀ ਕਿਰਪਾ, ਪਰਮੇਸ਼ਰ ਦੀ ਕਿਰਪਾ ਨਾਲ ਤ੍ਰਿਪਤ ਹੋ ਗਏ। ਸੁਨ ਪ੍ਰਹਿਲਾਦ ਭਗਤ ਅਸ ਬਾਣੀ। ਪ੍ਰਹਿਲਾਦ ਭਗਤ ਨੇ ਜਦੋਂ ਇਹ ਬਚਨ ਸੁਣੇ, ਬੰਧਨ ਕੀਨ ਜੋਰ ਜੁਗ ਪਾਨੀ। ਦੋਵੇਂ ਹੱਥ ਜੋੜ ਕੇ ਫਿਰ ਮਹਾਰਾਜ ਨੂੰ ਬੰਦਨਾ ਕੀਤੀ। ਤੁਮ ਅਵਤਾਰ ਭਏ ਜਗ ਮਾਹੀ। ਕਿ ਮਹਾਰਾਜ ਤੁਸੀਂ ਜਗਤ ਵਿੱਚ ਅਵਤਾਰ ਹੋ ਪਰਮੇਸ਼ਰ ਦਾ। ਜਿਵ ਨਰ ਸਿੰਘ ਭਏ ਮਨ ਚਾਹੀ। ਜਿਵੇਂ ਪਰਮੇਸ਼ਰ ਦੇ ਮਨ ਦੀ ਚਾਹਨਾ ਹੋਈ, ਨਰ ਸਿੰਘ ਰੂਪ ਅਵਤਾਰ ਹੋਇਆ। ਜਬ ਜਗ ਸੰਤ ਦੁਖੈ ਕਹਿ ਰੀਤੀ। ਜਦੋਂ ਜਗਤ ਦੇ ਵਿੱਚ ਸੰਤਾਂ ਨੂੰ ਕੋਈ ਦੁਖੀ ਕਰਦਾ ਹੈ, ਐਸਾ ਕੁਝ ਹੁੰਦਾ ਹੈ। ਬਹੁਰੋ ਧਰਮ ਹੋਤ ਵਿਪਰੀਤੀ। ਫਿਰ ਧਰਮ ਤੋਂ ਵਿਪਰੀਤ ਗੱਲਾਂ ਹੋਣ ਲੱਗ ਜਾਣ। ਤਬ ਤਨ ਧਰ ਸੰਕਟ ਜਨ ਖਾਪੂ। ਉਸ ਸਮੇਂ ਫਿਰ ਆਪਣੇ ਸੇਵਕਾਂ ਦੇ ਸੰਕਟ ਨੂੰ ਕੱਟਣ ਦੇ ਵਾਸਤੇ ਤਨ ਧਾਰ ਕੇ ਸੰਸਾਰ ਵਿੱਚ ਜਗ ਮੈਂ ਦੇਹੋ ਧਰਮ ਕੋ ਥਾਪੂ। ਜਗਤ ਦੇ ਵਿੱਚ ਧਰਮ ਨੂੰ ਸਥਾਪਨ ਕਰਦਾ ਹੈ ਪਰਮੇਸ਼ਰ। ਅਬ ਤੋ ਕਲੀ ਕਾਲ ਦੁਖਿਆਰਾ। ਹੁਣ ਜਿਹੜਾ ਸਮਾਂ ਕਲਯੁਗ ਦਾ, ਤੇ ਬਹੁਤ ਜ਼ਿਆਦਾ ਦੁਖਿਆਰਾ ਸਮਾਂ ਹੈ। ਨਿਰੰਕਾਰ ਕੇ ਤੁਮ ਆਕਾਰਾ। ਤੁਸੀਂ ਮਹਾਰਾਜ ਨਿਰੰਕਾਰ ਦਾ ਹੀ ਸਾਕਾਰ ਰੂਪ ਹੋ। ਹਮਕੋ ਕੀਨ ਸਨਾਥ ਕਿਰਪਾਲਾ। ਹੇ ਕਿਰਪਾਲੂ ਜੀ, ਸਾਨੂੰ ਤੁਸੀਂ ਕਲਿਆਣਤਾ ਕੀਤੀ ਸਾਡੀ। ਕਲ ਮਹਿ ਨਾਮ ਕਰੋ ਜੇ ਅੱਲਾ। ਇਸੇ ਤਰ੍ਹਾਂ ਹੀ ਕਲਯੁਗ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਤੁਸੀਂ ਅਵਤਾਰ ਹੋ। ਪਰਮਾਤਮਾ ਦਾ ਹੀ ਨਾਮ ਪ੍ਰਗਟ ਕਰੋ। ਪੰਥ ਚੱਲੈ ਤੁਮਰੋ ਸੰਸਾਰ। ਇਹ ਵੀ ਮਹਾਰਾਜ ਤੁਹਾਡਾ ਪੰਥ ਹੈ, ਉਹ ਸੰਸਾਰ ਵਿੱਚ ਚੱਲੇਗਾ। ਜਪੈ ਨਾਮ ਤਬ ਉਤਰੈ ਪਾਰ। ਜਿਹੜਾ ਕੋਈ ਤੁਹਾਡੇ ਪੰਥ ਨੂੰ ਧਾਰ ਕੇ ਪਰਮੇਸ਼ਰ ਦਾ ਨਾਮ ਜਪੂ, ਉਹਦਾ ਪਾਰ ਉਤਾਰਾ ਹੋ ਜਾਊਗਾ। ਅਸ ਪ੍ਰਕਾਰ ਬਹੁ ਸਤ ਤੋ ਚਾਰੀ। ਇਸ ਤਰ੍ਹਾਂ ਬਹੁਤ ਤਰ੍ਹਾਂ ਦੀ ਮਹਿਮਾ ਵਡਿਆਈ ਉਸਤਤੀ ਉਚਾਰਨ ਕੀਤੀ। ਕਵ ਸ੍ਰੀ ਸਤਿਗੁਰ ਪਗ ਬਲਿਹਾਰੀ। ਕਵੀ ਸੰਤ ਪ੍ਰੇਮ ਸਿੰਘ ਜੀ ਕਹਿਣ ਲੱਗੇ ਵੀ ਐਸੇ ਸਤਿਗੁਰੂ ਦੇ ਚਰਨਾਂ ਤੋਂ ਮੈਂ ਵੀ ਭਾਈ ਬਲਿਹਾਰ ਜਾਂਦਾ ਹਾਂ। ਕਿਤਕ ਕਾਲ ਸ੍ਰੀ ਗੁਰ ਤਹਿ ਪਾਸਾ। ਕੁਝ ਕੁ ਸਮਾਂ ਫਿਰ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਪ੍ਰਹਿਲਾਦ ਭਗਤ ਦੇ ਕੋਲ ਰਹਿ ਕਰ ਕੀਨੇ ਬਚਨ ਬਿਲਾਸਾ। ਉਥੇ ਭਾਈ ਰਹਿ ਕੇ ਬਚਨ ਬਿਲਾਸ ਕੀਤੇ। ਕਰੀ ਪਰਸ ਪਰ ਦੋਹੇ ਦਿਸ ਬੰਧਨ। ਫਿਰ ਦੋਵਾਂ ਪਾਸਿਆਂ ਤੋਂ ਪਰਸਪਰ ਆਪਸ ਵਿੱਚ ਬੰਧਨਾ ਕੀਤੀ। ਅਗਰਜ ਗਮਨੇ ਦੋਖ ਨਿਕੰਦਨ। ਹੁਣ ਭਾਈ ਦੁੱਖਾਂ ਦਾ ਨਾਸ਼ ਕਰਨ ਵਾਲੇ, ਦੁੱਖਾਂ ਨੂੰ ਕੱਟਣ ਵਾਲੇ ਮਹਾਰਾਜ ਅੱਗੇ ਚੱਲੇ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ। ਇੱਥੇ ਤੱਕ ਭਾਈ ਜੋ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਪ੍ਰਥਮ ਮਹੱਲੇ, ਪਹਿਲੇ ਮਹੱਲੇ ਦੇ ਰਿਖੀ ਦੱਤ ਪ੍ਰਹਿਲਾਦ ਪ੍ਰਸੰਗ ਵਰਣਨ। ਰਿਖੀ ਦੱਤਾਤਰੇ ਪ੍ਰਹਿਲਾਦ ਭਗਤੇ ਪ੍ਰਸੰਗ ਵਰਣਨ ਕੀਤਾ। ਨਾਮ 41ਵਾਂ ਮੰਦਰ ਹੈ। ਇਹ 41ਵੇਂ ਘਰ ਦੇ ਪ੍ਰਸੰਗ ਹਨ। ਆਓ ਹੁਣ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ।
ਜੋ ਸਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।